ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਉ ਬੁਲਾਵੈ ਤਿਉ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਦਸਾਂ ਹੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ, ਸਤਿਗੁਰੂ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਅੰਮ੍ਰਿਤ ਪ੍ਰਕਾਸ਼ ਸਾਹਿਬ ਵਿਖੇ ਆਪਾਂ ਸਾਰੇ ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਜੁੜ ਮਿਲ ਬੈਠੇ ਹਾਂ। ਜਿਵੇਂ ਕਿ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਫਰਮਾਨ ਹੈ। ਮਾਰੂ ਰਾਗ ਦੇ ਵਿੱਚ ਸਤਿਗੁਰੂ ਜੀ ਬਚਨ ਲਿਖਦੇ ਹਨ, ਆਪੇ ਸੰਗਤ ਸਦ ਬਹਾਲੈ। ਸਤਿਗੁਰੂ ਜੀ ਜਦੋਂ ਆਪ ਕਿਰਪਾ ਕਰਦੇ ਨੇ ਤੇ ਆਪ ਹੀ ਸਾਡੇ ਹਿਰਦੇ ਵਿੱਚ ਵਸਦੇ ਨੇ ਤੇ ਅਸੀਂ ਗੁਰਦੁਆਰਾ ਸਾਹਿਬ ਵੱਲ ਨੂੰ ਚੱਲ ਪੈਂਦੇ ਹਾਂ। ਸਾਨੂੰ ਸੱਦਦੇ ਨੇ, ਸਾਡੇ ਅੰਦਰੋਂ ਇੱਕ ਪ੍ਰਕਾਰ ਦੀ ਆਵਾਜ਼ ਆਉਂਦੀ ਆ, ਆਪ ਹੀ ਸਾਨੂੰ ਸਤਿਗੁਰੂ ਜੀ ਆਪਣੀ ਸੰਗਤ ਦੇ ਵਿੱਚ ਬਿਠਾ ਲੈਂਦੇ ਹਨ। ਫਿਰ ਜਦੋਂ ਉਹਨਾਂ ਦੀ ਰਜ਼ਾ ਹੁੰਦੀ ਹੈ, ਆਪੇ ਵਿਦਾ ਕਰਾਵੇ, ਆਪ ਹੀ ਸਾਨੂੰ ਵਿਦਾ ਕਰ ਦਿੰਦੇ ਹਨ। ਜਿਹਨੂੰ ਖਾਲਸੇ ਦੇ ਬੋਲਿਆਂ ਦੇ ਵਿੱਚ ਕਹਿੰਦੇ ਹਨ ਖੁਸ਼ੇ ਲੈਣੇ। ਤੇ ਜਦੋਂ ਆਪਾਂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ, ਆਪਾਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਕਿਰਪਾ ਕਰੋ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ ਜਾਂ ਖੁਸ਼ੇ ਬਖਸ਼ੋ। ਇਹਦਾ ਭਾਵ ਹੁੰਦਾ ਵੀ ਵਧੈਗੀ ਬਖਸ਼ੋ। ਕਹਿਣ ਦਾ ਭਾਵ ਵੀ ਸਤਿਗੁਰੂ ਦੇ ਚਰਨਾਂ ਵਿੱਚ ਅਸੀਂ ਗੁਰੂ ਦੀ ਕਿਰਪਾ ਨਾਲ ਆਣ ਕੇ ਹਾਜ਼ਰ ਹੁੰਦੇ ਹਾਂ। ਵੱਡੇ ਭਾਗਾਂ ਨਾਲ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਆਓ ਸਾਧ ਸੰਗਤ ਜੀ, ਕੁਝ ਸਮਾਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਦਰਸ਼ਨ ਕਰਦੇ ਹਾਂ। ਆਪ ਸੰਗਤਾਂ ਨੂੰ ਮੈਂ ਮਹਾਂਕਾਵ ਸੁਣਾ ਰਿਹਾ ਹਾਂ। ਮਹਾਂ ਦਾ ਅਰਥ ਹੁੰਦਾ ਵੱਡਾ, ਕਾਵ ਦਾ ਮਤਲਬ ਕਵਿਤਾ ਦਾ ਖਜ਼ਾਨਾ। ਇੱਕ ਕਵਿਤਾ ਦਾ ਖਜ਼ਾਨਾ ਬਹੁਤ ਵੱਡਾ, ਜਿਨ੍ਹਾਂ ਤੋਂ ਅਸੀਂ ਅੱਜ ਕੱਲ੍ਹ ਟੁੱਟਦੇ ਅਤੇ ਦੂਰ ਹੁੰਦੇ ਜਾ ਰਹੇ ਹਾਂ। ਜਿਵੇਂ ਸਾਧ ਸੰਗਤ ਜੀ, ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ, ਜਿਹੜੇ ਕਿ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਨੂਰਦੀਨ ਦੀ ਸਰਾਂ ਉੱਥੋਂ ਦੇ ਹੋਏ ਹਨ। ਤੇ ਉਹਨਾਂ ਨੇ ਇੱਕ ਮਹਾਂਕਾਵ ਲਿਖ ਦਿੱਤਾ, ਸੂਰਜ ਵਰਗਾ ਗ੍ਰੰਥ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜਿਸ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਦਾ ਇਤਿਹਾਸ ਉਹਨਾਂ ਨੇ ਕਵਿਤਾ ਦੇ ਵਿੱਚ ਲਿਖ ਦਿੱਤਾ। ਕਵਿਤਾ ਲਿਖਣੀ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੋ ਅਸੀਂ ਸਾਧ ਸੰਗਤ ਜੀ ਅੱਜ ਇੱਕ ਮਹਾਂਕਾਵ ਦੀ ਵਿਚਾਰ ਕਰਨੀ ਹੈ, ਜਿਸ ਦਾ ਨਾਮ ਆ ਸ਼੍ਰੀ ਦਸ਼ਮੇਸ਼ ਦਰਸ਼ਨ। ਇਹ ਗ੍ਰੰਥ ਵਿਧਾਤਾ ਸਿੰਘ ਤੀਰ ਜੀ ਦਾ ਲਿਖਿਆ ਹੋਇਆ ਹੈ। ਗਾਹੇ ਬਗਾਹੇ ਆਪ ਸੰਗਤਾਂ ਨੇ ਇਸ ਦੇ ਵਿੱਚੋਂ ਕੁਝ ਕੁ ਪੰਕਤੀਆਂ ਜ਼ਰੂਰ ਸੁਣੀਆਂ ਹੋਣਗੀਆਂ। ਕਵੀਸ਼ਰ ਸਿੰਘ, ਢਾਡੀ ਸਿੰਘ ਜਾਂ ਕਥਾ ਕਰਨ ਵਾਲੇ ਸਿੰਘ ਇਹਦੇ ਵਿੱਚੋਂ ਕੁਝ ਕੁ ਜਿਹੜੀਆਂ ਲਾਈਨਾਂ ਉਹਨਾਂ ਨੂੰ ਕੋਡ ਕਰਦੇ ਹਨ ਆਪਣੀ ਗੱਲ ਨੂੰ ਐਕਸਪਲੇਨ ਕਰਨ ਵਾਸਤੇ। ਪਰ ਅਗਰ ਅਸੀਂ ਉਸ ਸਾਰੇ ਮਹਾਂਕਾਵ ਨੂੰ ਸੁਣੀਏ
ਉਹਦੇ ਵਿੱਚੋਂ ਅਸੀਂ ਬਹੁਤ ਆਨੰਦ ਪ੍ਰਾਪਤ ਕਰਦੇ ਹਾਂ। ਪਿਛਲੇ ਸਮੇਂ ਵਿੱਚ ਇਸ ਗ੍ਰੰਥ ਦੇ 9 ਖੰਡ ਇੱਥੋਂ ਤੱਕ ਮੈਂ ਪੜ੍ਹ ਚੁੱਕਾ ਹਾਂ। 10ਵੇਂ ਖੰਡ ਦੀ ਵਿਚਾਰ ਕਰਦੇ ਹਾਂ। ਜਦੋਂ ਸਾਧ ਸੰਗਤ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ ਹੋਇਆ ਸੀ, ਇਕਾਗਰਤਾ ਨਾਲ ਜਿਵੇਂ ਜਿਵੇਂ ਆਪ ਸੰਗਤਾਂ ਸਰਵਣ ਕਰਦੇ ਜਾਓਗੇ, ਸਾਡੀਆਂ ਸੁਰਤੀਆਂ ਬਿਰਤੀਆਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਜਾਣਗੀਆਂ। ਆਰੰਭਤਾ ਤੋਂ ਪਹਿਲਾਂ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੰਡ 10ਵਾਂ। ਖੰਡ ਦਾ ਅਰਥ ਹੁੰਦਾ ਹਿੱਸਾ, 10ਵਾਂ ਭਾਗ। ਇਹਦੇ ਵਿੱਚ ਵਿਚਾਰ ਆਰੰਭ ਹੁੰਦੀ ਆ ਬੇਦਾਵੀਆਂ ਦੀ ਹਾਲਤ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਦਾਵੇ ਦੇ ਦਿੱਤੇ ਸਨ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਇਹ ਲਿਖ ਕੇ ਦੇ ਦਿੱਤਾ ਸੀ ਵੀ ਸਤਿਗੁਰੂ ਜੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਮੁਸੀਬਤ ਦੇ ਵੇਲੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਥ ਛੱਡ ਕੇ ਆ ਗਏ, ਉਹ ਕਿਵੇਂ ਦੀ ਸਿਚੁਏਸ਼ਨ ਬਣੀ ਹੋਈ ਸੀ, ਉਹ ਕਿੱਦਾਂ ਦੇ ਹਾਲਾਤ ਸਨ ਕਿ ਸਿੰਘਾਂ ਨੂੰ ਸਤਿਗੁਰੂ ਜੀ ਦਾ ਸਾਥ ਛੱਡ ਕੇ ਇੰਨਾ ਵੱਡਾ ਕਦਮ ਚੁੱਕਣਾ ਪਿਆ। ਜਦੋਂ ਪੂਰੀ ਆਨੰਦ ਦੀ ਧਰਤ ਉੱਤੇ ਲੱਗੀ ਤੋਪ ਬੰਦੂਕ ਦੀ ਝੜੀ ਹੈ ਸੀ, ਜਦੋਂ ਦਲ ਬੱਦਲ ਵਾਂਗ ਗੱਜਦੇ ਸੀ, ਜਦੋਂ ਰਾਤ ਵਾਲੀ ਕਾਂਗ ਚੜੀ ਹੈ ਸੀ। ਜਿਵੇਂ ਝੜੀ ਲੱਗੀ ਹੋਵੇ ਤੇ ਕਣੀਆਂ ਡਿੱਗਦੀਆਂ ਰਹਿੰਦੀਆਂ ਨੇ, ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਤੋਪਾਂ ਦੀ, ਬੰਦੂਕਾਂ ਦੀਆਂ ਗੋਲੀਆਂ ਦੀ ਝੜੀ ਲੱਗੀ ਹੋਈ ਸੀ। ਫਾਇਰਿੰਗ ਹੁੰਦੀ ਪਈ ਸੀ। ਕਿਲ੍ਹੇ ਨੂੰ ਘੇਰੇ ਪਏ ਹੋਏ ਸਨ। ਦੁਸ਼ਮਣ ਦੀਆਂ ਫੌਜਾਂ ਬੱਦਲਾਂ ਵਾਂਗੂ ਚੜ੍ਹ ਕੇ ਆ ਰਹੀਆਂ ਸਨ ਤੇ ਲਹੂ ਦੀਆਂ ਨਦੀਆਂ ਵਗ ਰਹੀਆਂ ਸਨ। ਜਦੋਂ ਤੇਗ ਦੀ ਬਿਜਲੀ ਚਮਕਦੀ ਸੀ, ਜਦੋਂ ਸਿਰਾਂ 'ਤੇ ਕਾਲ ਦੀ ਘੜੀ ਹੈ ਸੀ, ਜਦੋਂ ਖਾਲਸਾ ਫੌਜ ਦਲੇਰ ਹੋ ਕੇ ਆਸ ਜੀਣ ਦੀ ਲਾ ਕੇ ਲੜੀ ਹੈ ਸੀ। ਗੁਰੂ ਦੇ ਸਿੰਘਾਂ ਦੀਆਂ ਤਲਵਾਰਾਂ ਇੰਝ ਚਮਕਦੀਆਂ ਸੀ ਜਿਵੇਂ ਬਿਜਲੀ ਚਮਕਦੀ ਆ। ਸਿਰਾਂ ਦੇ ਉੱਤੇ ਮੌਤ ਮੰਡਰਾ ਰਹੀ ਸੀ। ਗੁਰੂ ਕਾ ਖਾਲਸਾ ਬੜੀ ਦਲੇਰੀ ਦੇ ਨਾਲ ਆਪਣੇ ਜਿਉਣ ਦੀ ਆਸ ਲਾ ਕੇ ਦੁਸ਼ਮਣ ਦੀਆਂ ਫੌਜਾਂ ਨਾਲ ਜੰਗ ਕਰਦਾ ਪਿਆ ਸੀ। ਜਦੋਂ ਅੰਦਰੋਂ ਸੀ ਮੁੱਕਾ ਅੰਨ ਦਾਣਾ, ਜਦੋਂ ਜਾਨ ਅਜ਼ਾਬ ਨੂੰ ਫੜੀ ਹੈ ਸੀ, ਜਦੋਂ ਭੁੱਖ ਸਤਾਏ ਸੀ ਸਿੰਘ ਅੰਦਰ, ਜਦੋਂ ਤੁਲ ਦੀ ਦੁੱਖ ਦੀ ਧੜੀ ਹੈ ਸੀ, ਜਦੋਂ ਮੌਤ ਵਾਂਗੂ ਲੰਮੇ ਦੰਦ ਕੱਢੀ ਸ਼ਾਹੀ ਫੌਜ ਸ਼ਿਕਾਰ ਲਈ ਖੜੀ ਹੈ ਸੀ, ਤੀਰ ਉਸ ਵੇਲੇ ਪਿੱਛੇ ਦੱਸਿਆ ਏ, ਹੋਈ ਇੱਕ ਘਟਨਾ ਬੁਰੀ ਬੜੀ ਹੈ ਸੀ। ਜਦੋਂ ਇੱਦਾਂ ਦੇ ਹਾਲਾਤ ਬਣੇ ਹੋਏ ਸੀ, ਬਹੁਤ ਮੁਸੀਬਤ ਵਿੱਚ ਗੁਰੂ ਕਾ ਖਾਲਸਾ ਫਸਿਆ ਹੋਇਆ ਸੀ, ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਸ਼ਾਹੀ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ, ਉਦੋਂ ਇੱਕ ਬਹੁਤ ਬੁਰੀ ਘਟਨਾ ਵਾਪਰੀ। ਕਿਹੜੀ ਸੀ ਉਹ ਬੁਰੀ ਘਟਨਾ? ਕੀ ਹੋਇਆ ਸੀ? ਲੜ ਲੜ ਕੇ ਘਾਬਰੇ ਦਿਲੋਂ ਜਿਹੜੇ ਸਾਥ ਸ਼੍ਰੀ ਦਸ਼ਮੇਸ਼ ਦਾ ਛੋੜ ਗਏ ਸੀ, ਨਾ ਤੂੰ ਗੁਰੂ ਨਾ ਅਸੀਂ ਹਾਂ ਸਿੱਖ ਤੇਰੇ, ਇਉਂ ਲਿਖਤ ਦੇ ਕੇ ਸਾਕ ਤੋੜ ਗਏ ਸੀ। ਪਿੱਠ ਸ਼੍ਰੀ ਦਸ਼ਮੇਸ਼ ਨੂੰ ਦੇ ਗਏ ਸੀ, ਮੂੰਹ ਦੇਸ਼ ਤੇ ਕੌਮ ਤੋਂ ਮੋੜ ਗਏ ਸੀ, ਤੀਰ ਆਪਣੀ ਵੱਲੋਂ ਤਾਂ ਉਹ ਜਾਣੋ, ਮੰਝ ਧਾਰ ਅੰਦਰ ਬੇੜੀ ਬੋੜ ਗਏ ਸੀ। ਜਦੋਂ ਉਹਨਾਂ ਨੇ ਬਿਦਾਵਾ ਲਿਖ ਕੇ ਦੇ ਦਿੱਤਾ ਸੀ, ਕੌਮ ਵੱਲੋਂ ਮੂੰਹ ਮੋੜ ਲਿਆ ਸੀ, ਇਸ ਤਰ੍ਹਾਂ ਸਮਝੋ ਜਿਵੇਂ ਮੰਝ ਧਾਰ ਦੇ ਵਿੱਚ ਆਪਣੀ ਬੇੜੀ ਨੂੰ ਡੋਬਣ ਦਾ ਉਹਨਾਂ ਨੇ ਕੰਮ ਕਰ ਲਿਆ ਹੋਵੇ। ਮੰਝ ਧਾਰ ਕਹਿ ਦਿੰਦੇ ਨੇ ਜਿੱਥੇ ਪਾਣੀ ਦਾ ਵਲਵਲੇਵਾਂ ਪੈਂਦਾ ਹੋਵੇ, ਜਿਹਨੂੰ ਅਸੀਂ ਵਰਲਪੂਲ ਕਹਿ ਸਕਦੇ ਹਾਂ। ਪਾਣੀ ਜਿੱਥੇ ਘੁੰਮਦਾ ਹੋਵੇ ਉੱਥੇ ਸਮਝੋ ਆਪਣੀ ਉਹ ਬੇੜੀ ਡੋਬਣ ਵਾਲਾ ਕੰਮ ਕਰ ਗਏ ਸਨ।
ਤੇ ਜਦੋਂ ਇਹ ਬਿਦਾਵੀਏ ਘਰੀ ਪੁੱਜੇ ਤਾਂ ਫੇਰ ਕੀ ਹੋਇਆ? ਜਦੋਂ ਗੁਰੂ ਜੀ ਦਾ ਸਾਥ ਛੱਡ ਕੇ ਆਪਣੇ ਘਰਾਂ ਵਿੱਚ ਪੁੱਜਦੇ ਨੇ, ਜਦੋਂ ਜਾ ਬਿਦਾਵੀਏ ਘਰੀ ਪੁੱਜੇ, ਪਿੱਛੇ ਉਹਨਾਂ ਨੂੰ ਪਿਆ ਪਰਿਵਾਰ ਸਿੰਘੋ। ਜਦੋਂ ਘਰਾਂ 'ਚ ਪਹੁੰਚਦੇ ਨੇ, ਜਦੋਂ ਜਾ ਬਿਦਾਵੀਏ ਘਰੀ ਪੁੱਜੇ, ਪੁੱਛੇ ਉਹਨਾਂ ਨੂੰ ਪਿਆ ਪਰਿਵਾਰ ਸਿੰਘੋ। ਕਿਵੇਂ ਜਿੱਤ ਕੇ ਆਏ ਜੇ ਜ਼ਾਲਮਾਂ ਨੂੰ, ਉੱਥੇ ਵਾਹੀ ਜੇ ਕਿਵੇਂ ਤਲਵਾਰ ਸਿੰਘੋ। ਉਹ ਜਦੋਂ ਸਿੰਘ ਆਪਣੇ ਘਰ ਪਹੁੰਚਦੇ ਆ, ਜਦੋਂ ਵੀ ਕਿਸੇ ਮੁਹਿੰਮ ਤੋਂ, ਕਿਸੇ ਜੰਗ ਤੋਂ, ਕੋਈ ਵੱਡਾ ਕਾਰਜ ਕਰਕੇ, ਤੇ ਜਦੋਂ ਕੋਈ ਘਰ ਦੇ ਵਿੱਚ ਆਦਮੀ ਵਾਪਸ ਆਵੇ, ਉਹਦੀ ਘਰਵਾਲੀ, ਉਹਦੇ ਬੱਚੇ, ਧੀਆਂ ਪੁੱਤਰ ਸਾਰੇ ਪੁੱਛਦੇ ਆ ਵੀ ਜਿੱਥੇ ਤੁਸੀਂ ਗਏ ਸੀ ਉੱਥੇ ਦਾ ਤੁਹਾਡਾ ਸਫ਼ਰ, ਤੁਹਾਡਾ ਨਿਸ਼ਾਨਾ ਪੂਰਾ ਹੋਇਆ ਕਿ ਨਹੀਂ ਹੋਇਆ? ਤੁਸੀਂ ਆਪਣੇ ਕੰਮ ਵਿੱਚ ਸਫਲ ਹੋਏ ਹੋ ਜਾਂ ਨਹੀਂ ਹੋਏ? ਪੁਰਾਣੇ ਸਮੇਂ 'ਚ ਕਮਿਊਨੀਕੇਸ਼ਨ ਦੇ ਇੰਨੇ ਸਾਧਨ ਨਹੀਂ ਸਨ। ਅੱਜ ਤੇ ਅਸੀਂ ਹਰ ਰੋਜ਼ ਦੀ ਰਿਪੋਰਟ ਆਪਣੇ ਘਰੇ ਦੇ ਦਿੰਦੇ ਹਾਂ, ਚਾਹੇ ਵੀਡੀਓ ਕਾਲ ਹੋਵੇ, ਚਾਹੇ ਫੋਨ ਕਰਕੇ, ਵੀ ਮੇਰਾ ਅੱਜ ਦਾ ਦਿਨ ਕਿੱਦਾਂ ਦਾ ਰਿਹਾ। ਪੁਰਾਣੇ ਸਮੇਂ 'ਚ ਇਸ ਤਰ੍ਹਾਂ ਨਹੀਂ ਸੀ ਹੁੰਦਾ। ਜਦੋਂ ਘਰ ਵਿੱਚ ਕਿਸੇ ਨੇ ਵਾਪਸ ਮੁੜਨਾ ਤੇ ਫਿਰ ਉਹਨੂੰ ਪੁੱਛਿਆ ਜਾਂਦਾ ਸੀ। ਹੁਣ ਘਰ ਪਰਿਵਾਰ ਦੇ ਜੀਅ ਪੁੱਛਦੇ ਨੇ ਵੀ ਤੁਸੀਂ ਜ਼ਾਲਮਾਂ ਨੂੰ ਜਿੱਤ ਆਏ ਹੋ, ਉੱਥੇ ਤੁਸੀਂ ਕਿੱਦਾਂ ਤਲਵਾਰ ਚਲਾ ਕੇ ਆਏ ਹੋ, ਜੰਗ ਦੇ ਮੈਦਾਨ 'ਚੋਂ ਵਾਪਸ ਆਏ ਹੋ, ਜੰਗ ਪੂਰੀ ਹੋ ਗਈ ਆ। ਕਿਵੇਂ ਲੋਥ ਉੱਤੇ ਲੋਥ ਚੜੀ ਉੱਥੇ, ਵਗੀ ਕਿਸ ਤਰ੍ਹਾਂ ਰਾਤ ਦੀ ਧਾਰ ਸਿੰਘੋ। ਕਿਵੇਂ ਗੂੰਜ ਪੈਂਦੀ ਸੀ ਜੈਕਾਰਿਆਂ ਦੀ, ਕਿਵੇਂ ਹੋਮਦੀ ਸੀ ਮਾਰੋ ਮਾਰ ਸਿੰਘੋ। ਕਿਵੇਂ ਸਤਿਗੁਰਾਂ ਦੇ ਤੀਰ ਚੱਲਦੇ ਸੀ, ਕਿਵੇਂ ਖੜਕਦੇ ਰਹੇ ਹਥਿਆਰ ਸਿੰਘੋ। ਗੋਲੀ ਕਿਵੇਂ ਉੱਥੇ ਛਾਤੀ ਵਿੰਨਦੀ ਸੀ, ਕਿਵੇਂ ਤੋਪ ਚੱਲੀ ਪਾ ਗੁਬਾਰ ਸਿੰਘੋ। ਇਹ ਸਾਰੇ ਕੁਐਸਚਨ ਨੇ ਟੱਬਰ ਵਾਲੇ ਜੀਆਂ ਦੇ ਬਿਦਾਵਾ ਦੇ ਕੇ ਆਏ ਹੋਏ ਸਿੰਘਾਂ ਨੂੰ। ਕਿਵੇਂ ਨਾਗ ਦਾ ਹੋ ਕੇ ਰੂਪ ਬਰਸ਼ੀ, ਡੰਗ ਲਾਉਂਦੀ ਸੀ ਜ਼ਹਿਰਦਾਰ ਸਿੰਘੋ। ਕਿਵੇਂ ਪਈ ਵਾਢੀ ਮਾਰੂ ਖੇਤ ਅੰਦਰ, ਕਿਵੇਂ ਪਈ ਵਾਢੀ ਮਾਰੂ ਖੇਤ ਅੰਦਰ। ਲਾਹੇ ਖਾਲਸੇ ਕਿਵੇਂ ਸਥਾਰ ਸਿੰਘੋ। ਕਿਵੇਂ ਪਾਤਸ਼ਾਹੀ ਫੌਜ ਉੱਠ ਨੱਠੀ, ਦੱਸੋ ਜੰਗ ਦੀ ਗੱਲ ਨਿਤਾਰ ਸਿੰਘੋ। ਕਿੱਥੇ ਹੈਨ ਦਸ਼ਮੇਸ਼ ਸਿਰਤਾਜ ਸਾਡੇ, ਕਿੱਥੇ ਹੈਨ ਅਜੀਤ ਜੁਝਾਰ ਸਿੰਘੋ। ਜ਼ੋਰਾਵਰ ਕਿੱਥੇ ਫਤਿਹ ਸਿੰਘ ਕਿੱਥੇ, ਕਿੱਥੇ ਗੁਜਰੀ ਮਾਤ ਸਰਦਾਰ ਸਿੰਘੋ। ਮਹਿਲ ਸ਼੍ਰੀ ਜੀਤੋ ਅਤੇ ਸਾਹਿਬ ਦੇਵਾਂ, ਕਿੱਥੇ ਹੈਨ ਨਹੀਂ ਦੱਸਦੇ ਸਾਰ ਸਿੰਘੋ। ਜਿੱਤ ਕਿਵੇਂ ਹੋਈ ਗੁਰੂ ਖਾਲਸੇ ਦੀ, ਹੋਈ ਜ਼ਾਲਮਾਂ ਨੂੰ ਕਿਵੇਂ ਹਾਰ ਸਿੰਘੋ। ਕਿਵੇਂ ਯੁੱਗ ਆਜ਼ਾਦੀ ਦਾ ਪਲਟਿਆ ਜੇ, ਰੱਤ ਵਿੱਚ ਗੁਲਾਮੀ ਨਿਘਾਰ ਸਿੰਘੋ। ਉੱਥੇ ਦਲ ਸ਼ਾਹੀ ਕਿੰਨਾ ਸੀ ਜੁੜਿਆ, ਹੈ ਸੀ ਖਾਲਸਾ ਕਿੰਨੇ ਹਜ਼ਾਰ ਸਿੰਘੋ। ਕਿੱਥੇ ਤੀਰ ਜੀ ਗੁਰੂ ਦਸ਼ਮੇਸ਼ ਸਾਡਾ, ਘਰ ਆਏ ਹੋ ਜਿਹਦਾ ਦੀਦਾਰ ਸਿੰਘੋ। ਇਹ ਸਾਰੇ ਸਵਾਲ ਪਰਿਵਾਰ ਦੇ ਜੀਆਂ ਨੇ ਪੁੱਛੇ ਵੀ ਸਾਹਿਬਜ਼ਾਦਿਆਂ ਬਾਰੇ ਦੱਸੋ, ਮਾਤਾ ਗੁਜਰੀ ਜੀ ਬਾਰੇ, ਗੁਰੂ ਕੇ ਮਹਿਲਾਂ ਬਾਰੇ ਸਾਰਾ ਦੱਸੋ ਵੀ ਤੁਸੀਂ ਕਿੱਥੋਂ ਆਏ, ਕਲਗੀਧਰ ਪਾਤਸ਼ਾਹ ਜੀ ਕਿੱਥੇ ਹਨ, ਕਿਵੇਂ ਦੇ ਹਨ, ਚੜ੍ਹਦੀ ਕਲਾ ਦੇ ਵਿੱਚ ਹਨ। ਤੇ ਜਿਹੜੇ ਅੱਗਿਓਂ ਫਿਰ ਬਿਦਾਵੀਏ ਸਿੰਘ ਹਨ, ਉਹ ਸ਼ਰਮਿੰਦੇ ਬਿਦਾਵੀਏ ਕੁਝ ਨਾ ਦੱਸਣ। ਉਹ ਅੱਗਿਓਂ ਜਵਾਬ ਕੀ ਦੇਣ, ਕਿਉਂਕਿ ਜਦੋਂ ਮੁਸੀਬਤ ਦਾ ਸਮਾਂ ਆਇਆ ਸੀ ਉਦੋਂ ਤੇ ਉਹ ਵਾਪਸ ਆ ਗਏ ਸਨ। ਦੇਵੇ ਇੱਕ ਨਾ ਮੂਲ ਜਵਾਬ ਕੋਈ, ਅੱਖਾਂ ਨੀਵੀਆਂ ਭਾਂਵਦੇ ਫਿਰਨ ਸਾਰੇ। ਆਏ ਕਰ ਜੋ ਕਾਰ ਬੇਮੁਖਤਾ ਦੀ, ਪੱਜਾਂ ਨਾਲ ਲੁਕਾਵਦੇ ਫਿਰਨ ਸਾਰੇ।
ਰੰਗ ਉੱਡ ਗਏ ਸਭ ਦੇ ਚਿਹਰਿਆਂ ਦੇ, ਵਿੱਚੋਂ ਵਿੱਚ ਸ਼ਰਮਾਵਦੇ ਫਿਰਨ ਸਾਰੇ। ਤੀਰ ਕਈ ਵਾਰੀ ਕੀਤੀ ਆਪਣੀ ਤੇ, ਨੈਣੋ ਨੀਰ ਵਹਾਵਦੇ ਫਿਰਨ ਸਾਰੇ। ਹੁਣ ਇਹਨਾਂ ਸਵਾਲਾਂ ਦਾ ਜਵਾਬ ਕੀ ਦੇਣ? ਚਿਹਰੇ ਉਤਰੇ ਹੋਏ, ਰੰਗ ਉੱਡੇ ਹੋਏ ਆ, ਅੱਖਾਂ ਵਿੱਚੋਂ ਕਈ ਵਾਰੀ ਹੰਝੂ ਘੇਰ ਆਉਂਦੇ ਆ ਵੀ ਹੁਣ ਟੱਬਰ ਦੇ ਜੀਆਂ ਨੂੰ ਜਵਾਬ ਕੀ ਦੇਈਏ। ਤੇ ਸਾਧ ਸੰਗਤ ਜੀ ਫਿਰ ਅਸਲੀਅਤ ਦਾ ਜਿਹੜਾ ਭੇਦ ਸੀ ਉਹ ਖੁੱਲ੍ਹ ਗਿਆ। ਅੰਤ ਲੁਕਿਆ ਭੇਦ ਇਹ ਸਭ ਖੁੱਲ੍ਹਾ, ਕੜੀ ਇਹ ਆਨੰਦਪੁਰ ਘੋਲ ਆਏ। ਫਿਰ ਭੇਦ ਖੁੱਲ੍ਹ ਗਿਆ ਵੀ ਉੱਥੇ ਕੜੀ ਘੋਲ ਆਏ ਆ, ਇਹਨਾਂ ਨੇ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ। ਅੰਤ ਲੁਕਿਆ ਭੇਦ ਇਹ ਸਭ ਖੁੱਲ੍ਹਾ, ਕੜੀ ਇਹ ਆਨੰਦਪੁਰ ਘੋਲ ਆਏ। ਡਰ ਸਹਿਮ ਤੇ ਮੋਹ ਦੀ ਗਰਦ ਅੰਦਰ, ਸਿੱਖੀ ਸਿਦਕ ਵਾਲਾ ਮੋਤੀ ਰੋਲ ਆਏ। ਲੱਜ ਦੇਸ਼ ਦੀ ਅੱਧ ਵਿੱਚ ਛੱਡ ਆਏ, ਡੋਲ ਵਾਂਗਰਾਂ ਜੰਗ ਚੋਂ ਡੋਲ ਆਏ। ਹੀਰੇ ਆਪਣੇ ਆਪ ਗਵਾ ਆਏ, ਲੈ ਕੇ ਘੋਗਿਆਂ ਦੀ ਘਰੀ ਝੋਲ ਆਏ। ਮੌਤ ਮਰਦ ਦੀ ਨਹੀਂ ਕਬੂਲ ਕੀਤੀ, ਗੀਤੀ ਪੁਣੇ ਦਾ ਤੁੱਲ ਕੇ ਤੋਲ ਆਏ। ਤੇਗਾਂ ਸੁੱਟ ਮੈਦਾਨ ਚੋਂ ਨੱਠ ਆਏ, ਖਾਲੀ ਉਹਨਾਂ ਦੇ ਬੰਨ ਕੇ ਖੋਲ ਆਏ। ਨਾ ਤੂੰ ਗੁਰੂ ਨਾ ਅਸੀਂ ਹਾਂ ਸਿੱਖ ਤੇਰੇ, ਲਿਖਤ ਦੇ ਆਏ ਬੋਲੀ ਬੋਲ ਆਏ। ਸੱਚੇ ਗੁਰੂ ਨੂੰ ਪਿੱਠ ਵਿਖਾ ਆਏ, ਦੌੜ ਪੁੱਤ ਧੀਆਂ ਰੰਨਾਂ ਕੋਲ ਆਏ। ਨਾ ਹੀ ਰਣ ਮੈਦਾਨ ਚੋਂ ਜਿੱਤ ਆਏ, ਨਾ ਵਜਾ ਆਜ਼ਾਦੀ ਦਾ ਢੋਲ ਆਏ। ਤੀਰ ਜਾਨ ਬਚਾ ਕੇ ਨੱਠ ਆਏ, ਅੰਤ ਖਿੱਦੋਆਂ ਦੇ ਨਿਕਲ ਪੋਲ ਆਏ। ਇਹ ਪੰਜਾਬੀ ਦਾ ਇੱਕ ਅਖਾਣ ਆ। ਖਿੱਦੋ ਨੂੰ ਫਰੋਲੀਏ ਤੇ ਵਿੱਚੋਂ ਲੀਰਾਂ ਹੀ ਨਿਕਲਦੀਆਂ। ਪੁਰਾਣੇ ਸਮੇਂ 'ਚ ਸਾਡੀਆਂ ਮਾਤਾਵਾਂ ਭੈਣਾਂ ਪੰਜਾਬ 'ਚ ਬੱਚਿਆਂ ਨੂੰ ਆਪਣੇ ਘਰੇ ਉਹਨਾਂ ਨੇ ਲੀੜੇ ਕੱਪੜੇ ਸੂਟ ਸੀਆਂ ਕਰਨੇ ਤੇ ਜਿਹੜੀਆਂ ਉਹਨਾਂ ਦੀਆਂ ਕਾਤਰਾਂ ਬਚ ਜਾਇਆ ਕਰਨੀਆਂ, ਉਹਨਾਂ ਨੂੰ ਇਕੱਠੀਆਂ ਕਰਕੇ ਇੱਕ ਕੱਪੜੇ 'ਚ ਲਪੇਟ ਕੇ ਉਹਦੇ ਉੱਤੇ ਪਿੜੀਆਂ ਪਾ ਦਿਆ ਕਰਨੀਆਂ। ਉਹਨੂੰ ਕਹਿੰਦੇ ਸਨ ਖਿੱਦੋ। ਘਰੇ ਹੀ ਬਣਾਈ ਹੋਈ ਬੋਲ ਬੱਚਿਆਂ ਦੇ ਖੇਡਣ ਵਾਸਤੇ। ਤੇ ਜੇ ਉਹ ਖਿੱਦੋ ਉੱਧੜ ਜਾਣਾ ਤੇ ਉਹਦੇ ਵਿੱਚੋਂ ਨਿਆਣਿਆਂ ਨੇ ਖਿੱਚਣਾ ਤੇ ਵਿੱਚੋਂ ਨਿਕਲਦੀਆਂ ਕੀ ਲੀਰਾਂ। ਇੱਥੇ ਕਵੀ ਜੀ ਕਹਿੰਦੇ ਵੀ ਇਹਨਾਂ ਨਾ ਗੁਰੂ ਨੂੰ ਬਿਦਾਵਾ ਦੇਣ ਵਾਲਿਆਂ ਨੇ ਕੋਈ ਬਹੁਤ ਵੱਡਾ ਸੂਰਮਗਤੀ ਦਾ ਕੰਮ ਨਹੀਂ ਕੀਤਾ। ਇਹ ਤੇ ਬਸ ਜੀ ਖਿੱਦੋਆਂ ਦੇ ਪੋਲ ਨਿਕਲ ਗਏ। ਵੇਖਣ ਨੂੰ ਤੇ ਬਹੁਤ ਸੋਹਣਾ ਉਹ ਬੌਲ ਬਣਿਆ ਲੱਗਦਾ ਸੀ, ਪਰ ਜਦੋਂ ਖੋਲ੍ਹ ਕੇ ਵੇਖਿਆ ਤੇ ਵਿੱਚ ਲੀਰਾਂ ਹੀ ਸਨ। ਨਹੀਂ ਰਣ ਮੈਦਾਨ ਚੋਂ ਜਿੱਤ ਆਏ, ਨਾ ਵਜਾ ਆਜ਼ਾਦੀ ਦਾ ਢੋਲ ਆਏ। ਤੀਰ ਜਾਨ ਬਚਾ ਕੇ ਨੱਠ ਆਏ, ਅੰਤ ਖਿੱਦੋਆਂ ਦੇ ਨਿਕਲ ਪੋਲ ਆਏ। ਇਹ ਸੀ ਅਸਲੀਅਤ। ਇਸ ਤੋਂ ਬਾਅਦ ਫਿਰ ਬੇਦਾਵੀਆਂ ਨੂੰ ਘਰੋਂ ਮਿਹਣੇ ਮਿਲਣ ਲੱਗੇ। ਬੇਦਾਵੀਆਂ ਨੂੰ ਘਰੋਂ ਮਿਹਣੇ ਮਿਲਣ ਲੱਗੇ। ਉਹਨਾਂ ਦੀਆਂ ਜਿਹੜੀਆਂ ਭੈਣਾਂ ਸਨ ਉਹ ਆਪਣੇ ਭਰਾਵਾਂ ਨੂੰ ਕਹਿੰਦੀਆਂ ਵੀ ਗੁਰੂ ਦਾ ਸਾਥ ਛੱਡ ਕੇ ਆ ਗਏ ਹੋ, ਇਹ ਤੁਸੀਂ ਕੋਈ ਚੰਗਾ ਕੰਮ ਨਹੀਂ ਕੀਤਾ। ਭੈਣ ਆਖਦੀ ਵੀਰ ਬੇਦਾਵੀਏ ਨੂੰ, ਕੀ ਕਾਰ ਕੀਤੀ ਸੂਰਬੀਰ ਵੀਰਾ। ਗੁਰੂ ਦਸਵੇਂ ਦਾ ਅੰਮ੍ਰਿਤ ਪਾਨ ਕਰਕੇ, ਡਰ ਮੌਤ ਤੋਂ ਛੱਡਿਆ ਢੀਰ ਵੀਰਾ। ਤੇਰਾ ਕਿਵੇਂ ਇਹ ਕਰਨ ਤੇ ਜੀ ਕੀਤਾ, ਹੈਸੇ ਬੜਾਈ ਮਰਦ ਰਣ ਧੀਰ ਵੀਰਾ। ਤੈਨੂੰ ਬੰਨ ਸੇਰੇ ਘਰੋਂ ਟੋਰਿਆ ਸੀ, ਫੁੱਟ ਗਈ ਪਰ ਮੇਰੀ ਤਕਦੀਰ ਵੀਰਾ। ਹੈ ਤੂੰ ਰੋਵਦਾ ਏ ਸੂਰਬੀਰ ਹੋ ਕੇ, ਤੇਰੀ ਨੇਤਰੀ ਆ ਗਿਆ ਨੀਰ ਵੀਰਾ। ਰੋਬ ਰਿਹਾ ਨਾਹੀਂ ਤੇਰੇ ਮੂੰਹ ਉੱਤੇ, ਕਿਹੋ ਜਿਹੀ ਹੈ ਤੇਰੀ ਤਸਵੀਰ ਵੀਰਾ। ਜਾਣੀ ਜਾਣ ਨਾਲੋਂ ਕਿਵੇਂ ਤੋੜਿਆ ਓ, ਟੁੱਟੀ ਪ੍ਰੇਮ ਦੀ ਕਿਵੇਂ ਜੰਜੀਰ ਵੀਰਾ। ਤੂੰ ਤੇ ਹੈ ਸੈਂ ਲਾੜਾ ਆਜ਼ਾਦੀਆਂ ਦਾ, ਵਰੀ ਗਈ ਨਾ ਜਿੱਤ ਦੀ ਹੀਰ ਵੀਰਾ।
ਬਾਣ ਧਾਰ ਕੇ ਅੱਜ ਡਰਾ ਕਲਾਂ ਦੀ, ਕਾਨੂੰ ਭੈਣ ਨੂੰ ਮਾਰਿਆ ਤੀਰ ਵੀਰਾ। ਭੈਣਾਂ ਨੇ ਮਿਹਣੇ ਮਾਰੇ ਵੀ ਤੁਸੀਂ ਤੇ ਸੂਰਬੀਰ ਯੋਧੇ ਸੀ, ਤੇ ਭੁੱਖ ਦੇ ਡਰੋਂ ਤੇ ਮੌਤ ਦੇ ਡਰੋਂ ਤੁਸੀਂ ਗੁਰੂ ਦਾ ਹੀ ਸਾਥ ਛੱਡ ਕੇ ਆ ਗਏ ਹੋ। ਕਿਹੋ ਜਿਹੀਆਂ ਉਸ ਸਮੇਂ ਸਾਡੀਆਂ ਬਹਾਦਰ ਭੈਣਾਂ ਤੇ ਕਿਹੋ ਜਿਹੀਆਂ ਚੜ੍ਹਦੀ ਕਲਾ ਵਾਲੀਆਂ ਮਾਤਾਵਾਂ ਹੁੰਦੀਆਂ ਸਨ। ਮਾਤਾਵਾਂ ਨੇ ਇਸ ਗੱਲ ਦੇ ਉੱਤੇ ਸ਼ੁਕਰ ਨਹੀਂ ਮਨਾਇਆ, ਆਪਣੇ ਪੁੱਤਰਾਂ ਨੂੰ ਛਾਤੀਆਂ ਨਾਲ ਨਹੀਂ ਲਾਇਆ ਵੀ ਪੁੱਤਰੋ ਬਹੁਤ ਚੰਗਾ ਕੀਤਾ, ਤੁਸੀਂ ਅਨੰਦਪੁਰ ਸਾਹਿਬ ਤੋਂ ਗੁਰੂ ਦਾ ਸਾਥ ਛੱਡ ਕੇ ਆ ਗਏ ਹੋ, ਨਹੀਂ ਤੇ ਤੁਸੀਂ ਸ਼ਹੀਦ ਹੋ ਜਾਣਾ ਸੀ, ਤੁਸੀਂ ਮਾਰੇ ਜਾਣਾ ਸੀ। ਰੱਬ ਦਾ ਸ਼ੁਕਰ ਆ ਵੀ ਸਾਡਾ ਪੁੱਤਰ ਬਚ ਕੇ ਆ ਗਿਆ। ਮਾਤਾਵਾਂ ਨੇ ਇਸ ਗੱਲ ਦੇ ਉੱਤੇ ਖੁਸ਼ੀ ਨਹੀਂ ਮਨਾਈ, ਸਗੋਂ ਮਾਤਾਵਾਂ ਨੇ ਆਪਣੇ ਪੁੱਤਰਾਂ ਨੂੰ ਕਿਹਾ ਬਹੁਤ ਗਲਤ ਕੀਤਾ, ਗੁਰੂ ਦਾ ਸਾਥ ਛੱਡ ਕੇ ਆ ਗਏ ਹੋ, ਇਹਦੇ ਨਾਲੋਂ ਚੰਗਾ ਸੀ ਉੱਥੇ ਸ਼ਹੀਦ ਹੋ ਜਾਂਦੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ। ਮਾਂ ਆਖਦੀ ਜੰਮਦੋਂ ਨਿੱਜ ਬੱਚਾ, ਨਾ ਮੈਂ ਸੌਂਤਰੀ ਵਿੱਚ ਸੰਸਾਰ ਹੁੰਦੀ, ਵੇ ਤੂੰ ਆਮਦੋਂ ਨਾ ਮੇਰੀ ਕੁੱਖ ਅੰਦਰ, ਤੇਰੀ ਹੋਂਦ ਨਾ ਭੋਏ ਲਈ ਭਾਰ ਹੁੰਦੀ। ਮਾਂ ਕਹਿੰਦੀ ਵੀ ਪੁੱਤਰ ਤੂੰ ਇਹਦੇ ਨਾਲੋਂ ਚੰਗਾ ਸੀ ਮੇਰੇ ਘਰ ਜੰਮਦੋਂ ਹੀ ਨਾ, ਮੈਂ ਸੌਂਤਰੀ ਹੀ ਨਾ ਹੁੰਦੀ, ਮੈਂ ਔਂਤਰੀ ਰਹਿ ਜਾਂਦੀ, ਮੇਰੀ ਕੁੱਖ ਦਾ ਤੂੰ ਨਾ ਹੀ ਕੁੱਖ ਚਾਹੁੰਦੋਂ ਤੇ ਧਰਤੀ ਤੇ ਨਾ ਹੀ ਭਾਰ ਪਾਉਂਦੋਂ। ਇਹ ਲਾਈਨਾਂ ਪੜ੍ਹ ਕੇ ਮੈਨੂੰ ਸਤਿਗੁਰੂ ਜੀ ਦਾ ਹੁਕਮਨਾਮਾ ਸਾਹਿਬ ਚੇਤੇ ਆ ਜਾਂਦਾ, ਜਿੱਥੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਜੀ ਦੇਹ ਫਿਰਹਿ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਝਾ। ਮਾਤਾਵਾਂ ਨੇ ਇਸ ਤਰ੍ਹਾਂ ਬਚਨ ਕੀਤਾ, ਵੇ ਮੈਂ ਭੁੱਲ ਕੇ ਨਾ ਤੇਰੀ ਮਾਂ ਹੁੰਦੀ, ਮੇਰੀ ਅੱਜ ਨਾ ਮਿੱਟੀ ਖਵਾਰ ਹੁੰਦੀ, ਚੰਗਾ ਏਸ ਤੋਂ ਸੀ ਏਸ ਜਗ ਅੰਦਰ, ਤੇਰੀ ਜ਼ਾਹਰ ਨਾ ਮੂਲ ਨੁਹਾਰ ਹੁੰਦੀ। ਮੇਰੇ ਹਾਲ ਤੇ ਰੱਬ ਜੇ ਮਿਹਰ ਕਰਦਾ, ਪੇਟ ਵਿੱਚ ਤੈਨੂੰ ਗੜੇ ਮਾਰ ਹੁੰਦੀ, ਭਾਵੇਂ ਤੂੰ ਮਰਦੋਂ ਮੇਰੇ ਪੇਟ ਅੰਦਰ, ਤੇਰੇ ਨਾਲ ਹੀ ਮੈਂ ਪਰਲੇ ਪਾਰ ਹੁੰਦੀ। ਐ ਪਰ ਅੱਜ ਇਹ ਲੀਕ ਲਵਾਉਣ ਵਾਲੀ, ਇਸ ਤੱਤੜੀ ਲਈ ਨਾ ਕਾਰ ਹੁੰਦੀ, ਵੇ ਮੈਂ ਖੁਸ਼ ਹੁੰਦੀ ਜੇਕਰ ਜੰਗ ਅੰਦਰ, ਤੇਰੀ ਚਮਕਦੀ ਤੇਜ਼ ਤਲਵਾਰ ਹੁੰਦੀ। ਵੇ ਮੈਂ ਹਰੀ ਹੋਂਦ ਕੌੜੀ ਵੇਲ ਵਾਂਗੂ, ਜੇ ਪਰਵਾਨ ਤੇਰੀ ਲਹੂ ਧਾਰ ਹੁੰਦੀ, ਦੇਸ਼ ਵਾਸਤੇ ਅਤੇ ਦਸ਼ਮੇਸ਼ ਖਾਤਰ, ਤੇਰੀ ਜਿੰਦ ਜੇ ਹੱਸ ਨਿਸਾਰ ਹੁੰਦੀ। ਭਾਰਤ ਮਾਂ ਜੇ ਅੱਜ ਸੁਖਿਆਰ ਕਰ ਦੋ, ਵੇ ਮੈਂ ਦੁਖੀ ਨਾ ਅੱਜ ਦੁਖਿਆਰ ਹੁੰਦੀ, ਵੇ ਮੈਂ ਸਿੰਘਣੀ ਪੁੱਤ ਤੂੰ ਸਿੰਘਣੀ ਦਾ, ਤੈਨੂੰ ਏਤਨੀ ਦਿਲੋਂ ਵਿਚਾਰ ਹੁੰਦੀ। ਅੱਖਾਂ ਚੁੱਕ ਸ਼ਰਮਿੰਦਿਆ ਵੇਖ ਐਦਰ, ਵੇਖ ਅਣਖ ਤੇਰੀ ਤਾਰ ਤਾਰ ਹੁੰਦੀ। ਵੇ ਤੂੰ ਉਸ ਦਸ਼ਮੇਸ਼ ਤੋਂ ਤੋੜ ਆਇਓ, ਤਿੰਨ ਕਾਲ ਵੀ ਨਾ ਜਿਹਨੂੰ ਹਾਰ ਹੁੰਦੀ, ਤੀਰ ਤੂੰ ਜੇ ਜੂਝ ਦੋ ਟੁੱਕ ਹੁੰਦੋਂ, ਖੁਸ਼ੀ ਵਿੱਚ ਮੈਂ ਇੱਕ ਤੋਂ ਚਾਰ ਹੁੰਦੀ। ਮਾਂ ਕਹਿੰਦੀ ਪੁੱਤਰ ਜੇ ਤੂੰ ਉੱਥੇ ਜੰਗ ਦੇ ਮੈਦਾਨ 'ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਫੌਜਾਂ ਵਾਲੇ ਪਾਸਿਓਂ ਲੜ ਕੇ ਸ਼ਹੀਦ ਹੋ ਜਾਨੋ, ਤੇ ਮੈਂ ਇੱਕ ਤੋਂ ਚਾਰ ਹੋ ਜਾਂਦੀ, ਭਾਵ ਫਿਰ ਮੇਰੇ ਕੋਲੋਂ ਖੁਸ਼ੀ ਸਾਂਭੀ ਨਹੀਂ ਸੀ ਜਾਣੀ। ਹੁਣ ਲੋਕੀ ਮੈਨੂੰ ਕੀ ਕਹਿਣਗੇ, ਇਹ ਬਿਦਾਵੀਏ ਦੀ ਭੈਣ ਆ, ਇਹ ਬਿਦਾਵੀਏ ਦੀ ਮਾਤਾ ਹੈ। ਉਸ ਤੋਂ ਬਾਅਦ ਵਾਰੀ ਆਈ ਪਤਨੀ ਦੀ, ਤੇ ਪਤਨੀ ਨੇ ਕਿਹਾ ਇਹ ਤੁਸੀਂ ਜੀ ਬਹੁਤ ਗਲਤ ਕੀਤਾ, ਗੁਰੂ ਦਾ ਸਾਥ ਨਹੀਂ ਸੀ ਛੱਡ ਕੇ ਤੁਹਾਨੂੰ ਆਉਣਾ ਚਾਹੀਦਾ। ਮੈਂ ਬੇਸ਼ੱਕ ਵਿਧਵਾ ਹੋ ਜਾਂਦੀ, ਪਰ ਮੈਂ ਇੱਕ ਸ਼ਹੀਦ ਦੀ ਪਤਨੀ ਅਖਵਾਉਂਦੀ। ਘੋਲੀ ਮੇਰਿਆਂ ਸਿਹਰਿਆਂ ਵਾਲ ਆਵੇ, ਘੋਲੀ ਦਾ ਅਰਥ ਹੁੰਦਾ ਕੁਰਬਾਨ ਜਾਣਾ, ਵਾਰਨੇ ਜਾਣਾ, ਫੇਰਨੇ ਜਾਣਾ, ਘੋਲ ਘੁਮਾਉਣਾ, ਨਿਸ਼ਾਵਰ ਹੋਣਾ। ਘੋਲੀ ਮੇਰਿਆਂ ਸਿਹਰਿਆਂ ਵਾਲ ਆਵੇ, ਮੇਰਾ ਨਹੀਂ ਜਹਾਨ ਤੇ ਭਾਗ ਚੰਗਾ, ਮੂੰਹ ਫੇਰ ਕੇ ਸ਼੍ਰੀ ਦਸ਼ਮੇਸ਼ ਵੱਲੋਂ, ਮੇਰੇ ਵਾਸਤੇ ਨਹੀਂ ਸੁਹਾਗ ਚੰਗਾ। ਤੇਰੇ ਚਾਅ ਮਲ੍ਹਾਰ ਦੀ ਲੋੜ ਨਾ ਸੀ,
ਮੇਰੇ ਵਾਸਤੇ ਸੀ ਮਾਰੂ ਰਾਗ ਚੰਗਾ, ਜੇ ਤੂੰ ਸੀਸ ਦਾ ਚਾੜਦੋਂ ਫੁੱਲ ਭੇਟਾ, ਮੇਰੇ ਲਈ ਸੀ ਸਿਦਕ ਦਾ ਬਾਗ ਚੰਗਾ। ਤੇਰਾ ਮੇਲ ਜੇ ਗੁਰਾਂ ਦੇ ਨਾਲ ਰਹਿੰਦਾ, ਮੇਰੇ ਲਈ ਸੀ ਬਿਰਹੋਂ ਦਾ ਰਾਗ ਦਾਗ ਚੰਗਾ। ਤੂੰ ਤੇ ਮੁੱਢ ਨੂੰ ਭੁੱਲ ਕੇ ਛੱਡ ਆਇਓ, ਵੇ ਤੂੰ ਸਮਝਿਆ ਗੰਨੇ ਦਾ ਆਗ ਚੰਗਾ। ਤੂੰ ਤੇ ਗੰਨੇ ਦੇ ਆਗ ਇਕੱਠੇ ਕਰ ਲਿਆਇਆ, ਮੁੱਢ ਛੱਡ ਆਇਆ। ਜਿਹੜਾ ਗੰਨਾ ਹੁੰਦਾ ਮੁੱਢ ਵਾਲੇ ਪਾਸਿਓਂ ਮਿੱਠਾ ਹੁੰਦਾ, ਜਿਵੇਂ ਜਿਵੇਂ ਉੱਪਰ ਨੂੰ ਜਾਂਦੇ ਹੋ ਫਿੱਕਾ ਹੁੰਦਾ ਜਾਂਦਾ, ਉੱਤੇ ਤੇ ਆਗ ਹੀ ਹੁੰਦੇ ਨੇ। ਉਹ ਭੋਲਿਆ ਗੰਨੇ ਨੂੰ ਜੜ੍ਹ ਵਾਲੇ ਪਾਸਿਓਂ ਛੱਡ ਕੇ ਤੇ ਆਗ ਇਕੱਠਾ ਕਰ ਲਿਆਇਆ। ਗੰਨੇ ਦੇ ਪੱਤਿਆਂ ਨੂੰ ਆਗ ਕਹਿੰਦੇ ਨੇ। ਤੂੰ ਤੇ ਮੁੱਢ ਨੂੰ ਭੁੱਲ ਕੇ ਛੱਡ ਆਇਓ, ਵੇ ਤੂੰ ਸਮਝਿਆ ਗੰਨੇ ਦਾ ਆਗ ਚੰਗਾ। ਤੇਰੀ ਮੱਤ ਉੱਤੇ ਐਸਾ ਪਿਆ ਪਰਦਾ, ਜਾਣ ਲਿਆ ਹੰਸੋਂ ਹੋਣਾ ਕਾਗ ਚੰਗਾ। ਤੇਰੇ ਏਸ ਸੁਹਾਗ ਤੋਂ ਤੀਰ ਮੈਨੂੰ, ਚੜ੍ਹਨਾ ਚਿਖਾ ਚੰਗਾ, ਲੜਨਾ ਨਾਗ ਚੰਗਾ। ਉਸ ਬਿਦਾਵੀਏ ਸਿੰਘ ਦੀ ਘਰਵਾਲੀ ਨੇ ਫੇਰ ਕਿਹਾ, ਉਹ ਕਹਿਣ ਲੱਗੀ, ਵੇ ਤੂੰ ਮਰਦ ਹੈ ਦੇਸ਼ ਤੇ ਬਣੀ ਵੇਲੇ, ਜਿਹੜਾ ਜਾਨ ਬਚਾ ਕੇ ਚਲਾ ਆਇਓ। ਵੇ ਤੂੰ ਸਿੱਖ ਹੈ ਗੁਰੂ ਦਾ ਗੁਰੂ ਤਾਈਂ, ਜਿਹੜਾ ਪਿੱਠ ਵਿਖਾ ਕੇ ਚਲਾ ਆਇਓ। ਕੜੀ ਘੋਲ ਆਇਓ, ਦਿਲੋਂ ਡੋਲ ਆਇਓ, ਖੂਬ ਪੂਰੀਆਂ ਪਾ ਕੇ ਚਲਾ ਆਇਓ। ਤੀਰ ਮੂੰਹ ਨਹੀਂ ਲਾਵਣਾ ਮੈਂ ਤੈਨੂੰ, ਰਣੋਂ ਮੂੰਹ ਪੁਆ ਕੇ ਚਲਾ ਆਇਓ। ਪਤਨੀ ਨੇ ਕਿਹਾ, ਤੇਰੇ ਨਾਲ ਮੇਰਾ ਕੋਈ ਸੰਬੰਧ ਨਹੀਂ ਰਿਹਾ, ਤੂੰ ਤੇ ਗੁਰੂ ਨੂੰ ਪਿੱਠ ਵਿਖਾ ਕੇ ਆ ਗਿਆ। ਜਿਹੜਾ ਗੁਰੂ ਦਾ ਨਹੀਂ ਬਣਿਆ ਉਹ ਮੇਰਾ ਕੀ ਬਣੇਗਾ। ਇਸ ਤੋਂ ਬਾਅਦ ਸਾਧ ਸੰਗਤ ਜੀ ਵੇਖੋ ਕਿੰਨੇ ਡਿਟੇਲ 'ਚ ਇਹ ਇਤਿਹਾਸ ਆ। ਅੱਜ ਤੱਕ ਤੇ ਆਪਾਂ ਬਸ ਇੰਨਾ ਹੀ ਸੁਣਦੇ ਹਾਂ, ਸਿੰਘ ਬਿਦਾਵਾ ਦੇ ਕੇ ਆ ਗਿਆ ਤੇ ਜੋ ਵੀ ਮਾਤਾ ਭਾਗੋ ਜੀ ਦਾ ਜ਼ਿਕਰ ਆ ਜਾਂਦਾ। ਪਰ ਇੱਥੇ ਵੇਖੋ ਕੱਲੇ ਕੱਲੇ ਟੱਬਰ ਦਾ ਜਿਹੜਾ ਜੀ ਆ ਉਹ ਕਿਵੇਂ ਦਾ ਅੱਗੇ ਰਿਐਕਸ਼ਨ ਕਰਦਾ। ਬਿਦਾਵੀਏ ਦੇ ਪਿਤਾ ਦੀ ਗੱਲ ਆਈ ਤੇ ਬਿਦਾਵੀਏ ਦੇ ਪਿਤਾ ਨੇ ਕਿਹਾ ਪਿਤਾ ਨੇ, ਪੁੱਤਰਾ ਧਰਮ ਖਾਤਰ ਘਰੋਂ ਗਿਆ ਸੈਂ ਵਰਨ ਕੁਰਬਾਨੀਆਂ ਓਏ। ਤੇਰੇ ਨਾਮ ਮੇਰੇ ਨਾਮ ਨੇ ਨੂੰ ਲੀਕਾਂ ਲਾਈਆਂ ਈ, ਸਿੱਖੀ ਛੱਡ ਕੇ ਪੁੰਜ ਗਿਆਨੀਆਂ ਓਏ। ਚੌੜ ਚਾਂਦਣਾ ਚੰਗੀਆਂ ਕੀਤੀਆਂ ਨੀ, ਸਫਲ ਕੀਤੀਆਂ ਖੂਬ ਜਵਾਨੀਆਂ ਓਏ। ਮਰਦ ਹੋ ਮੈਦਾਨ 'ਚੋਂ ਨੱਠ ਆਇਓ, ਛਾਤੀ ਢਾਹ ਨਾ ਖਾਧੀਆਂ ਕਾਨੀਆਂ ਓਏ। ਕਾਨੀਆਂ ਦਾ ਅਰਥ ਹੁੰਦਾ ਤੀਰ। ਉੱਥੇ ਜੰਗ ਦੇ ਮੈਦਾਨ 'ਚੋਂ ਭੱਜ ਆਇਆ, ਜੰਗ ਦੇ ਮੈਦਾਨ 'ਚ ਛਾਤੀ ਅੱਗੇ ਢਾਹ ਕੇ ਤੀਰ ਸਹਾਰ ਦੋ। ਵੇਲੇ ਲੋੜ ਦੇ ਸੀਸ ਨਾ ਵਾਰਿਓ, ਕੇਸ ਗੜ੍ਹਦੇ ਸੀਸ ਦੇ ਦਾਨੀਆਂ ਓਏ। ਭਲਾ ਆਪ ਤਾਂ ਜੂਝਣਾ ਕੀ ਹੈ ਸੀ, ਸਗੋਂ ਹੋਰ ਵੀ ਮਾਰੀਆਂ ਭਾਨੀਆਂ ਓਏ। ਨਾ ਤੂੰ ਗੁਰੂ ਨਾ ਮੈਂ ਹਾਂ ਸਿੱਖ ਤੇਰਾ, ਜਦੋਂ ਇਸ ਤਰ੍ਹਾਂ ਕਿਹਾ ਐਲਾਨੀਆਂ ਓਏ। ਬੱਚਾ ਸ਼ਰਮ ਅੰਦਰ ਉੱਥੇ ਡੁੱਬ ਮਰਦੋਂ, ਜਾਨ ਰੱਖੂਆ ਭਾਰਿਆ ਮਾਨੀਆਂ ਓਏ। ਚੰਗੀ ਹਿੰਦ ਦੀ ਰੱਖ ਕੇ ਪੱਤ ਆਇਓ, ਡੁੱਬ ਮਰ ਕਿਧਰੇ ਹਿੰਦੁਸਤਾਨੀਆਂ ਓਏ। ਤੀਰ ਸਾਹਮਣੇ ਵੇਖ ਕੇ ਮੌਤ ਆਈ, ਮਰਦ ਮਾਰਦੇ ਨਹੀਂ ਕਚਾਨੀਆਂ ਓਏ। ਪਿਤਾ ਨੇ ਕਿਹਾ, ਪੁੱਤਰਾ ਜਿਹੜੇ ਮਰਦ ਹੁੰਦੇ ਨੇ ਜੰਗ ਦੇ ਮੈਦਾਨ 'ਚੋਂ ਭੱਜਦੇ ਨਹੀਂ। ਪਿਤਾ ਜੀ ਨੇ ਫੇਰ ਕਿਹਾ, ਜੇ ਤੂੰ ਸਿੰਘ ਹੁੰਦੋਂ ਅਤੇ ਮਰਦ ਹੁੰਦੋਂ, ਅੱਜ ਅੱਖੀਆਂ ਨੀਵੀਆਂ ਪਾਵਦੋਂ ਨਾ। ਜੇ ਤੂੰ ਸਿੰਘ ਹੁੰਦੋਂ ਅਤੇ ਮਰਦ ਹੁੰਦੋਂ, ਤਾਂ ਤੂੰ ਇਸ ਤਰ੍ਹਾਂ ਪਿੱਠ ਵਿਖਾਵਦੋਂ ਨਾ। ਜੇ ਤੂੰ ਸਿੰਘ ਹੁੰਦੋਂ ਅਤੇ ਮਰਦ ਹੁੰਦੋਂ, ਏਦਾਂ ਬੱਚਿਆ ਜਾਨ ਬਚਾਵਦੋਂ ਨਾ। ਜੇ ਤੂੰ ਸਿੰਘ ਹੁੰਦੋਂ ਅਤੇ ਮਰਦ ਹੁੰਦੋਂ, ਕਦੇ ਦੇਸ਼ ਦਸ਼ਮੇਸ਼ ਭੁਲਾਵਦੋਂ ਨਾ। ਜੇ ਤੂੰ ਸਿੰਘ ਹੁੰਦੋਂ ਅਤੇ ਮਰਦ ਹੁੰਦੋਂ, ਵਾਂਗ ਗਿੱਦੜਾਂ ਦੇ ਛੁਪਾਵਦੋਂ ਨਾ। ਤੀਰ ਹੋਵਦੋਂ ਮਰਦ ਮੈਦਾਨ ਦਾ ਜੇ, ਕਦੇ ਇਸ ਤਰ੍ਹਾਂ ਪਰਤ ਕੇ ਆਵਦੋਂ ਨਾ। ਇੱਥੇ ਫਿਰ ਸਾਧ ਸੰਗਤ ਜੀ ਮੇਰਾ ਧਿਆਨ ਚਮਕੌਰ ਦੀ ਕੱਚੀ ਗੜ੍ਹੀ ਵੱਲ ਚਲਿਆ ਜਾਂਦਾ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਖਲੋ ਕੇ ਹੱਥ ਜੋੜ ਕੇ ਬੇਨਤੀ ਕਰਦੇ ਨੇ,
नाम का अजीत हूँ जीता नहीं जाऊँगा, जीता गर गया तो मैं जीता नहीं आऊँगा। ਪਿਤਾ ਜੀ ਨੇ ਕਿਹਾ ਪੁੱਤਰ ਮੈਂ ਤੈਨੂੰ ਤਾਂ ਸ਼ਾਬਾਸ਼ ਦਿੰਦਾ ਜੇ ਜੰਗ ਦੇ ਮੈਦਾਨ 'ਚ ਸ਼ਹੀਦ ਹੋ ਜਾਂਦਾ। ਬੇਦਾਵੀਏ ਸਿੰਘਾਂ ਨੂੰ ਭਰਾਵਾਂ ਨੇ ਕੀ ਕਿਹਾ? ਵੀਰਾਂ ਆਖਿਆ ਵੀਰ ਬੇਦਾਵੀਆਂ ਨੂੰ, ਯਾਰੋ ਵੇਖ ਲਓ ਮਰਦ ਮੈਦਾਨ ਆਇਆ, ਨਵੀਂ ਤਰ੍ਹਾਂ ਦਾ ਜੰਗ ਜੇ ਜਿੱਤੇ ਆਇਆ, ਨਵੀਂ ਤਰ੍ਹਾਂ ਵਿਖਾ ਕੇ ਸ਼ਾਨ ਆਇਆ। ਸਾਥੀ ਵਿੱਚ ਮੈਦਾਨ ਦੇ ਛੱਡ ਆਇਆ, ਵਹੁਟੀ ਕੋਲ ਹੈ ਆਪ ਜਵਾਨ ਆਇਆ। ਹੈ ਸੀ ਮਰਨ ਦਾ ਇਸ ਨੇ ਪ੍ਰਣ ਕੀਤਾ, ਵੇਖੋ ਵਾਰ ਕੇ ਆਪਣੀ ਜਾਨ ਆਇਆ। ਅਸਾਂ ਆਖਿਆ ਸੀ ਅਸੀਂ ਜਾਮਦੇ ਹਾਂ, ਉਦੋਂ ਇਸ ਨੂੰ ਸੀ ਦਿਲੋਂ ਮਾਨ ਆਇਆ। ਗਿਆ ਜੋਸ਼ ਖਾ ਕੇ ਨੱਠਾ ਜਾਨ ਲੈ ਕੇ, ਵੇਖੋ ਮੁੜ ਪਿੱਛੇ ਆਕੜ ਖਾਨ ਆਇਆ। ਜਰਾ ਦੱਸੋ ਨਾ ਸਿੰਘ ਜੀ ਰਣ ਅੰਦਰ, ਕਿਵੇਂ ਘਰ ਦਾ ਫੇਰ ਧਿਆਨ ਆਇਆ। ਤੀਰ ਗੁਰੂ ਵੀ ਮੂਲ ਨਾ ਰਿਹਾ ਚੇਤੇ, ਤੇ ਨਾ ਯਾਦ ਬੱਚਾ ਹਿੰਦੁਸਤਾਨ ਆਇਆ। ਹਿੰਦੁਸਤਾਨ ਸ਼ਬਦ ਗੁਰੂ ਬਾਣੀ ਵਿੱਚ ਵੀ ਆਇਆ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਬਰ ਬਾਣੀ ਦੇ ਸ਼ਬਦ ਲਿਖਦੇ ਹਨ ਤੇ ਉੱਥੇ ਸਤਿਗੁਰੂ ਜੀ ਜ਼ਿਕਰ ਕਰਦੇ ਹਨ, ਹਿੰਦੁਸਤਾਨ ਡਰਾਇਆ। ਬਾਬਰ ਬਾਣੀ ਦੇ ਸ਼ਬਦ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਫਿਰ ਸਾਧ ਸੰਗਤ ਜੀ, ਇਹ ਤੇ ਹੋ ਗਈਆਂ ਉਹਨਾਂ ਟੱਬਰ ਦੀਆਂ ਗੱਲਾਂ ਜੋ ਘਰ ਵਾਲਿਆਂ ਨੇ ਬੇਦਾਵੀਆਂ ਨੂੰ ਕਿਹਾ। ਇਸ ਤੋਂ ਬਾਅਦ ਹੁਣ ਇਸ ਸਾਖੀ ਦਾ ਜਿਹੜਾ ਦੂਸਰਾ ਪਾਸਾ ਵਾ ਉਹ ਹੈਗਾ ਟੁੱਟੀ ਗੰਢਣ ਵਾਲੀ ਸੂਰਬੀਰ ਸਿੰਘਣੀ ਦਾ ਕਾਰਨਾਮਾ, ਜਿਹਨੇ ਗੁਰੂ ਨਾਲ ਟੁੱਟੀ ਗੰਢਾਉਣ ਵਿੱਚ ਆਪਣਾ ਯੋਗਦਾਨ ਪਾਇਆ। ਉਹ ਮਾਝੇ ਦੀ ਗੁਰੂ ਕੀ ਸਿੰਘਣੀ। ਮਾਝੇ ਵਿੱਚ ਝਬਾਲ ਦੀ ਰਹਿਣ ਵਾਲੀ ਅਣਖ ਪੁਤਲੀ ਇੱਕ ਸੀ ਮਾਈ ਭਾਗੋ, ਸੱਚੀ ਸਿੰਘਣੀ ਰੂਹ ਦਸ਼ਮੇਸ਼ ਜੀ ਦੀ, ਸ਼੍ਰੀ ਸਾਹਿਬ ਦੇਵਾਂ ਜੀ ਦੀ ਜਾਈ ਭਾਗੋ। ਸੁਣ ਸੁਣ ਕਰਤੂਤ ਬੇਦਾਵੀਆਂ ਦੀ, ਅੱਖ ਸੋਚ ਅੰਦਰ ਨੀਵੀਂ ਪਾਈ ਭਾਗੋ। ਫੇਰ ਉਹ ਭੱਜੀ ਪਿੰਡੋਂ ਪਿੰਡ ਪੁੱਜੀ, ਅੱਗ ਜੋਸ਼ ਦੀ ਨਵੀਂ ਜਗਾਈ ਭਾਗੋ। ਗੱਲ ਗੱਲ ਕਰਦੀ ਜਾਵੇ ਜੋਸ਼ ਭਰਦੀ, ਸੁੱਤੀ ਬੀਰਤਾ ਫੇਰ ਜਗਾਈ ਭਾਗੋ। ਟੁੱਟ ਆਏ ਭਰਾਵਾਂ ਦੇ ਹਾਲ ਉੱਤੇ, ਜਾਵੇ ਅੱਖੀਓਂ ਨੀਰ ਵਹਾਈ ਭਾਗੋ। ਜਥਾ ਜੋੜ ਲੀਤਾ ਏਦਾਂ ਦਿਨਾਂ ਅੰਦਰ, ਗੱਲ ਆਪਣੀ ਰੱਖ ਵਿਖਾਈ ਭਾਗੋ। ਤੀਰ ਜ਼ਾਲਮਾਂ ਦਾ ਲੱਕ ਤੋੜਨੇ ਨੂੰ, ਲੱਕ ਬੰਨ ਮੈਦਾਨ ਵਿੱਚ ਆਈ ਭਾਗੋ। ਮਾਤਾ ਭਾਗ ਕੌਰ ਜੀ ਅੱਜ ਕੱਲ੍ਹ ਤਰਨਤਾਰਨ ਜ਼ਿਲ੍ਹਾ ਤੇ ਪਿੰਡ ਝਬਾਲ ਉੱਥੋਂ ਦੇ ਹੋਏ ਨੇ, ਜਿਨ੍ਹਾਂ ਨੇ ਗੁਰੂ ਦੇ ਸਿੰਘਾਂ ਵਿੱਚ ਜੋਸ਼ ਭਰ ਦਿੱਤਾ। ਇਸ ਸਾਖੀ ਤੋਂ ਇਹ ਵੀ ਸਿੱਖਿਆ ਮਿਲਦੀ ਆ ਵੀ ਜਦੋਂ ਸਤਿਗੁਰੂ ਜੀ ਨੇ ਸੇਵਾ ਲੈਣੀ ਹੋਵੇ ਤੇ ਉੱਥੇ ਕੋਈ ਮਰਦ ਜਾਂ ਇਸਤਰੀ ਦਾ ਫਰਕ ਨਹੀਂ ਰਹਿ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਬੀਬੀ ਨੂੰ ਇੰਨੀ ਚੜ੍ਹਦੀ ਕਲਾ ਬਖਸ਼ਿਸ਼ ਕਰ ਦਿੰਦੇ ਹਨ ਕਿ ਉਹ ਕੌਮ ਦੀਆਂ ਤਕਦੀਰਾਂ ਹੀ ਬਦਲ ਸਕਦੀ ਆ। ਅਗਰ ਆਪ ਨੇ ਕਿਸੇ ਨੇ ਪੜ੍ਹਨਾ ਹੋਵੇ ਤੇ ਬਕਾਇਦਾ ਇਹਨਾਂ ਦੇ ਉੱਤੇ ਕਿਤਾਬਾਂ ਲਿਖੀਆਂ ਪਈਆਂ ਹਨ, 100 ਸਿੱਖ ਬੀਬੀਆਂ। ਉਹਨਾਂ 100 ਸਿੱਖ ਬੀਬੀਆਂ ਦਾ ਜ਼ਿਕਰ ਜਿਨ੍ਹਾਂ ਨੇ ਕੌਮ ਦੀਆਂ ਤਕਦੀਰਾਂ ਹੀ ਬਦਲ ਦਿੱਤੀਆਂ। ਰਹੋ ਵਿਚਾਰ। ਮਾਈ ਭਾਗੋ ਥਾਂ ਥਾਂ ਕੀ ਕਹਿੰਦੀ ਸੀ? ਜਿੱਥੇ ਚਾਰ ਬੇਦਾਵੀਏ ਕਰੇ ਇਕੱਠੇ, ਉੱਥੇ ਆਖਦੀ ਹੋਰ ਵੀ ਲੋੜ ਲਈਏ। ਚਲੋ ਗੁਰੂ ਤੋਂ ਟੁੱਟਿਓ ਵਾਰ ਜਾਨਾ, ਫੇਰ ਨਾਲ ਦਸ਼ਮੇਸ਼ ਦੇ ਜੋੜ ਲਈਏ। ਮੂੰਹ ਮੋੜ ਜਰਵਾਣਿਆਂ ਜ਼ਾਲਮਾਂ ਦੇ, ਗਈ ਹੋਈ ਸਿੱਖੀ ਵੀਰੋ ਮੋੜ ਲਈਏ। ਦੇਸ਼ ਡੁੱਬਦੇ ਤਾਈਂ ਬਚਾ ਲਈਏ, ਜ਼ੁਲਮ ਜ਼ਬਰ ਵਾਲੀ ਬੇੜੀ ਬੋੜ ਲਈਏ। ਜਿਨ੍ਹਾਂ ਰੱਤ ਪੀਤੀ ਦੀਨਾ ਆਜ਼ਾਂ ਦੀ, ਆਓ ਉਹਨਾਂ ਦੀ ਰੱਤ ਨਿਚੋੜ ਲਈਏ। ਜਿਨ੍ਹਾਂ ਧੌਣ ਮਰੋੜੀਏ ਲਿੱਸਿਆਂ ਦੀ, ਆਓ ਉਹਨਾਂ ਦੀ ਧੌਣ ਮਰੋੜ ਲਈਏ। ਤੀਰ ਗੰਢੀਏ ਗੁਰਾਂ ਦੇ ਨਾਲ ਰਿਸ਼ਤਾ, ਨਾਲੇ ਸੰਗਲ ਗੁਲਾਮੀ ਦੇ ਤੋੜ ਲਈਏ। ਮਾਤਾ ਭਾਗ ਕੌਰ ਜੀ ਇਸ ਤਰ੍ਹਾਂ ਸਾਰਿਆਂ ਨੂੰ ਦੱਸਦੇ ਪਏ ਹਨ। ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਇਆ ਕਿ ਸਾਧ ਸੰਗਤ ਜੀ ਇਹਨਾਂ ਦਿਨਾਂ ਦੇ ਵਿੱਚ ਹੀ ਮਾਤਾ ਭਾਗ ਕੌਰ ਜੀ ਦੇ ਸਹੁਰਾ ਸਾਹਿਬ ਦਾ ਭੋਗ ਸੀ। ਜਿਸ ਦਿਨ ਉਸ ਦਿਨ ਬਹੁਤ ਸਾਰੀ ਸੰਗਤ ਇਕੱਠੀ ਹੋਈ ਸੀ ਤੇ ਮਾਤਾ ਭਾਗੋ ਜੀ ਨੇ ਸਾਰਿਆਂ ਨੂੰ ਸੰਬੋਧਨ ਹੋ ਕੇ ਤੇ ਇਸ ਤਰ੍ਹਾਂ ਲਲਕਾਰਿਆ ਵੀ ਆਪਾਂ ਗੁਰੂ ਨੂੰ ਬਿਦਾਵਾ ਦੇ ਆਏ ਹਾਂ ਤੇ ਚਲੋ ਜਾਨਾਂ ਕੁਰਬਾਨ ਕਰਕੇ ਗੁਰੂ ਜੀ ਦੇ ਨਾਲੋਂ ਟੁੱਟੀ ਹੋਈ ਗੰਢ ਲਈਏ।
ਮਾਈ ਭਾਗੋ ਵੀਰਤਾ ਦਾ ਰੂਪ ਸੀ। ਇਸ ਤਰ੍ਹਾਂ ਬਣਾਮ ਦੀ ਜਾਏ ਜੱਥਾ, ਅਣਖ ਆਣ ਤੇ ਜੋਸ਼ ਦੀ ਘੜੀ ਹੋਈ। ਅੰਗ ਅੰਗ ਫੌਲਾਦ ਦੇ ਬਣੇ, ਜਿਸ ਦੇ ਪਾਣ ਅੰਮ੍ਰਿਤੀ ਜਿੰਦ ਨੂੰ ਚੜੀ ਹੋਈ। ਛਾਪ ਸਿਦਕ ਦੀ ਉਸ ਦਾ ਦਿਲ ਜਾਪੇ, ਵਿੱਚ ਦਿਲ ਦੇ ਵੀਰਤਾ ਜੜੀ ਹੋਈ। ਦੇਵੀ ਰਾਖਸ਼ਾਂ ਦੇ ਲੱਗੀ ਚੜ੍ਹਨ ਮਾਨੋ, ਦੇਵੀ ਰਾਖਸ਼ਾਂ ਤੇ ਲੱਗੀ ਚੜ੍ਹਨ ਮਾਨੋ। ਹੱਥ ਚੰਡਕਾ ਨੇ ਚੰਡੀ ਫੜੀ ਹੋਈ। ਉੱਤੇ ਜ਼ੁਲਮ ਦੇ ਦੰਦੀਆਂ ਪਈ ਪੀਹੇ, ਵੇਖ ਵੇਖ ਖੂਨੀ ਕਾਰੇ ਸੜੀ ਹੋਈ। ਏਦਾਂ ਜਾਪਦਾ ਏ ਮੌਤ ਪਾਪੀਆਂ ਦੀ, ਜਾਨ ਕੱਢਣ ਦੇ ਲਈ ਹੈ ਖੜੀ ਹੋਈ। ਉਸ ਅੱਖ ਦੀ ਲਹੂ ਦੇ ਰੰਗ ਰੰਗੀ, ਉਸ ਅੱਖ ਉਸ ਦੀ ਲਹੂ ਦੇ ਰੰਗ ਰੰਗੀ। ਜਾਪੇ ਅੱਗ ਹੈ ਨਿਗਾਹ ਵਿੱਚ ਮੜੀ ਹੋਈ। ਤੀਰ ਰਣ ਮੈਦਾਨ ਨੂੰ ਪਈ ਤਾਂਗੇ, ਸਾਰੇ ਗੁਰ ਰਣ ਖੇਤ ਦੇ ਪੜੀ ਹੋਈ। ਹੋਰ ਸਾਧ ਸੰਗਤ ਜੀ ਜਾਣਨਾ ਹੋਵੇ ਤੇ ਚੰਡੀ ਦੀ ਵਾਰ ਕਿਧਰੇ ਅਰਥਾਂ ਦੇ ਸਮੇਤ ਪੜ੍ਹ ਕੇ ਵੇਖੋ, ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸਮਝਾਇਆ ਕਿ ਅਗਰ ਇੱਕ ਔਰਤ ਦੁਰਗਾ ਦੇਵੀ ਰਾਖਸ਼ਾਂ ਦਾ ਨਾਸ਼ ਕਰ ਸਕਦੀ ਆ ਤੇ ਗੁਰੂ ਕੇ ਯੋਧਿਓ ਤੁਸੀਂ ਕੌਮ ਦੀਆਂ ਤਕਦੀਰਾਂ ਕਿਉਂ ਨਹੀਂ ਬਦਲ ਸਕਦੇ। ਮੁੜ ਤਿਆਰੀ ਹੋ ਪਈ। ਫਿਰ ਮਹਾਂ ਸਿੰਘ ਰਟੌਲ ਦਾ ਜੋਸ਼ ਖਾ ਕੇ, ਸਾਥੀ ਸਿੰਘਣੀ ਦਾ ਆਖਰਕਾਰ ਬਣਿਆ। ਜੰਗ ਵਾਸਤੇ ਬਣੀ ਜਰਨੈਲ ਭਾਗੋ, ਜਥੇ ਲਈ ਮਹਾਂ ਸਿੰਘ ਜਥੇਦਾਰ ਬਣਿਆ। ਨਵੇਂ ਸਿਰੇ ਬੇਦਾਵੀਏ ਹੋਏ ਇਕੱਠੇ, ਗਹਿਣਾ ਜੰਗ ਦਾ ਫੇਰ ਤਲਵਾਰ ਬਣਿਆ। ਫੇਰ ਆਣ ਕੇ ਜੋਸ਼ ਦੀ ਅੱਗ ਭੜਕੀ, ਹਰ ਇੱਕ ਦਾ ਦਿਲ ਅੰਗਾਰ ਬਣਿਆ। ਨਵੇਂ ਸਿਰੇ ਤਿਆਰੀਆਂ ਹੋ ਪਈਆਂ, ਨਵਾਂ ਫੇਰ ਸ਼ਹੀਦ ਪਰਿਵਾਰ ਬਣਿਆ। ਤੀਰ ਦੂਸਰੇ ਦਾ ਹੋਵੇ ਉਹ ਕੀਕੂ, ਜਿਹਦਾ ਨਾਲ ਦਸ਼ਮੇਸ਼ ਪਿਆਰ ਬਣਿਆ। ਭਾਈ ਮਹਾਂ ਸਿੰਘ ਪਿੰਡ ਰਟੌਲ, ਸ਼੍ਰੀ ਤਰਨਤਾਰਨ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਆ, ਉਹਦੇ ਉੱਤੇ ਇਹ ਪਿੰਡ ਆ। ਉੱਥੋਂ ਦੇ ਰਹਿਣ ਵਾਲੇ ਸਨ ਭਾਈ ਮਹਾਂ ਸਿੰਘ ਜੀ। ਉਹਨਾਂ ਨੇ ਫਿਰ ਬਿਦਾਵੀਏ ਸਿੰਘਾਂ ਨੂੰ ਹਲੂਣਿਆ, ਨਾਲ ਲਿਆ ਮਾਤਾ ਭਾਗ ਕੌਰ ਜੀ ਨੂੰ। ਕੌਮ ਦੇ ਵਿੱਚ ਸਾਧ ਸੰਗਤ ਜੀ ਹੁਣ ਇੱਕ ਜੂ ਟਰਨ ਆਉਣ ਲੱਗਾ ਵਾ। ਜਿਹੜੇ ਬਿਦਾਵਾ ਦੇ ਕੇ ਘਰਾਂ ਨੂੰ ਆ ਗਏ ਸਨ, ਉਹ ਆਪਣਾ ਇੱਕ ਕਲੰਕ ਲਾਉਣ ਵਾਸਤੇ, ਗੁਰੂ ਤੋਂ ਜਾਨਾਂ ਕੁਰਬਾਨ ਕਰਨ ਵਾਸਤੇ ਜੰਗ ਦੇ ਮੈਦਾਨ ਨੂੰ ਜਾਣ ਲੱਗੇ। ਬਹੁਤੇ ਰਲੇ ਬਿਦਾਵੀਏ ਵਿੱਚ ਜਥੇ, ਨਵੇਂ ਜੋਸ਼ ਨੱਚੇ ਪਛੋਤਾਣਿਆਂ ਦੇ। ਆਏ ਕੁਝ ਲਾਹੌਰੀਏ ਕਰ ਧਾਈ, ਪੈਰ ਰੱਖਦੇ ਵਿੱਚ ਸਿਆਣਿਆਂ ਦੇ। ਨਾਲੇ ਮਾਣ ਰਸੂਖ ਦਾ ਰੱਖਦੇ ਸੀ, ਰਾਜ ਨਾਲ ਵਾਂਗੂ ਪੇਟੇ ਤਾਣਿਆਂ ਦੇ। ਤੀਰ ਸਮਾਂ ਹੀ ਇਹ ਤਾਂ ਜਾਣਦਾ ਸੀ, ਕਿਵੇਂ ਭੱਜਣੇ ਦੰਦ ਜਰਵਾਣਿਆਂ ਦੇ। ਮੰਨੇ ਗਏ ਬੇਦਾਵੀਏ ਹੈਨ 40, ਲਿਖੇ ਆਮਦੇ ਸਿੱਖ ਇਤਿਹਾਸ ਅੰਦਰ। ਤਾਂ ਵੀ ਠੀਕ ਨਾ ਜਾਪਦੀ ਏ ਗਿਣਤੀ, ਗੱਲ ਆਮਦੀ ਨਹੀਂ ਕਿਆਸ ਅੰਦਰ। ਖੈਰ ਜਿਤਨੇ ਵੀ ਹੋਏ ਕੀ ਕਹਿਣਾ, ਚੱਲੇ ਮਰਨ ਸਭ ਜੀਣ ਦੀ ਆਸ ਅੰਦਰ। ਤੀਰ ਮਰਨਗੇ ਜੂਝ ਕੇ ਵੇਖ ਲੈਣਾ, ਵਾਦਾ ਕਰ ਸ਼ਹੀਦੀ ਦੀ ਰਾਸ ਅੰਦਰ। ਇਹ ਗੁਰੂ ਦੇ ਪਿਆਰੇ, ਜਿਨ੍ਹਾਂ ਦੀ ਗਿਣਤੀ 40 ਇਤਿਹਾਸ ਦੇ ਵਿੱਚ ਲਿਖੀ ਜਾਂਦੀ ਹੈ ਲਗਭਗ, ਇਹ ਗੁਰੂ ਤੋਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਸਤੇ ਸਾਧ ਸੰਗਤ ਜੀ ਚੱਲ ਪਏ। ਫਿਰ ਲਾਹੌਰੀ ਜਥੇ ਦਾ ਤੇ ਦਸ਼ਮੇਸ਼ ਪਾਤਸ਼ਾਹ ਜੀ ਦਾ ਮਿਲਾਪ ਹੋਇਆ। ਹੋ ਲਾਹੌਰੀਆਂ ਦਾ ਸਨੱਧਬੱਧ ਜਥਾ, ਸਨੱਧਬੱਧ ਦਾ ਅਰਥ ਹੁੰਦਾ ਸ਼ਸਤਰਧਾਰੀ ਹੋ ਕੇ। ਹੋ ਲਾਹੌਰੀਆਂ ਦਾ ਸਨੱਧਬੱਧ ਜਥਾ, ਜਾ ਕੇ ਗੁਰੂ ਜੀ ਨੂੰ ਆਖਰਕਾਰ ਮਿਲਿਆ। ਚਰਨ ਬੰਦਨਾ ਪੁੱਜ ਕੇ ਦਿਲੋਂ ਕੀਤੀ, ਪਛੋਤਾ ਦਿਲ ਤੋਂ ਢਾਹਾਂ ਮਾਰ ਮਿਲਿਆ। ਦਿਲ ਸਭ ਦੇ ਖਿੜੇ ਪ੍ਰਸੰਨ ਹੋਏ, ਕੀਤਾ ਸ਼ੁਕਰ ਕਿ ਝੱਬ ਦਿਲਦਾਰ ਮਿਲਿਆ। ਤੀਰ ਗੁਰਾਂ ਨੂੰ ਇਸ ਤਰ੍ਹਾਂ ਮਿਲੇ ਰੋ ਕੇ, ਚਿਰੀ ਪਿਤਾ ਨੂੰ ਜਿਵੇਂ ਪਰਿਵਾਰ ਮਿਲਿਆ। ਅੱਖਾਂ ਸੇਜਲ ਹੋ ਗਈਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਤੇ ਲਾਹੌਰੀਏ ਸਿਆਣਿਆਂ ਨੇ ਦਸ਼ਮੇਸ਼ ਪਾਤਸ਼ਾਹ ਨੂੰ ਸਲਾਹ ਦਿੱਤੀ। ਕਹਿਣ ਲੱਗੇ, ਹੱਥ ਜੋੜ ਲਾਹੌਰੀਆਂ ਅਰਜ਼ ਕੀਤੀ, ਕੰਗ ਜੰਗ ਦੀ ਅਸੀਂ ਮੁਕਾ ਦਈਏ। ਸੱਚੇ ਪਾਤਸ਼ਾਹ ਜੀ ਕਰੋ ਹੁਕਮ ਜੇਕਰ,
ਅਸੀਂ ਆਪ ਦੀ ਸੁਲ੍ਹਾ ਕਰਵਾ ਦਈਏ। ਤੁਸੀਂ ਕਰੋ ਫੁਰਮਾਨ ਜੇ ਖੁਸ਼ ਹੋ ਕੇ, ਅਸੀਂ ਜ਼ੋਰ ਰਸੂਖ ਦਾ ਪਾ ਦਈਏ। ਪੱਕੀ ਸੁਲ੍ਹਾ ਸਫਾਈ ਦਾ ਆਪ ਖਾਤਰ, ਜੇਕਰ ਕਹੋ ਤਾਂ ਤੀਰ ਚਲਾ ਦਈਏ। ਇਹ ਲਾਹੌਰੀਏ ਸਿੰਘ ਕਹਿਣ ਲੱਗੇ ਸਿਆਣੇ, ਕਹਿੰਦੇ ਸੱਚੇ ਪਾਤਸ਼ਾਹ ਜੀ, ਨੁਕਸਾਨ ਤੁਹਾਡਾ ਪਹਿਲਾਂ ਹੀ ਬੜਾ ਹੋਇਆ ਜੰਗਾਂ ਯੁੱਧਾਂ ਵਿੱਚ। ਜੇ ਤੁਸੀਂ ਕਹੋ ਤੇ ਤੁਹਾਡੀ ਵਜ਼ੀਰ ਖਾਨ ਨਾਲ ਜਾਂ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਾਲ ਸੁਲ੍ਹਾ ਕਰਵਾ ਦਈਏ। ਇਹ ਜੰਗ ਜੋ ਦਦ ਹੋਣ ਹੀ ਨਾ। ਮਹਾਰਾਜ ਨੂੰ ਸਲਾਹਾਂ ਦੇਣ ਲੱਗੇ। ਕਈ ਵਾਰ ਅਸੀਂ ਰੱਬ ਤੋਂ ਵੀ ਸਿਆਣੇ ਬਣ ਜਾਂਦੇ ਹਾਂ, ਰੱਬ ਨੂੰ ਸਲਾਹਾਂ ਦੇਣ ਲੱਗ ਜਾਂਦੇ ਹਾਂ। ਪਰਮਾਤਮਾ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਰੱਬ ਜੀ ਤੇ ਸਭ ਤੋਂ ਵੱਡੇ ਸਿਆਣੇ ਨੇ। ਜਦੋਂ ਦਸ਼ਮੇਸ਼ ਪਾਤਸ਼ਾਹ ਨੂੰ ਇਹਨਾਂ ਨੇ ਸਲਾਹ ਦਿੱਤੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕਿਹਾ ਸ਼੍ਰੀ ਦਸ਼ਮੇਸ਼ ਨੇ ਹੱਸ ਅੱਗੋਂ ਅਸਲ ਗੱਲ ਨਹੀਂ ਤੁਸੀਂ ਵਿਚਾਰ ਸਕੇ। ਨਾਲ ਜ਼ੁਲਮ ਦੇ ਮਿੱਤਰਤਾ ਪਾਉਣ ਵਾਲਾ, ਸਿੱਖੋ ਕਦੇ ਵੀ ਨਾ ਸਿੱਖੀ ਧਾਰ ਸਕੇ। ਜਿਹੜਾ ਜ਼ੁਲਮ ਨਾਲ ਮਿੱਤਰਤਾ ਪਾਵੇ ਉਹ ਕਾਹਦਾ ਸਿੱਖ ਹੋਇਆ। ਸਿੱਖੀ ਧਾਰ ਨਾ ਸਕਦਾ ਦਿਲੋਂ ਜਿਹੜਾ, ਜਾਨ ਉਹ ਨਾ ਦੇਸ਼ ਤੋਂ ਵਾਰ ਸਕੇ। ਜਾਨ ਦੇਸ਼ ਤੋਂ ਨਾ ਜਿਹੜਾ ਵਾਰ ਸਕੇ, ਉਹ ਨਾ ਕੌਮ ਦਾ ਕੁਝ ਸਵਾਰ ਸਕੇ। ਇਹ ਲਗਾਤਾਰ ਇਸ ਤਰ੍ਹਾਂ ਕਾਫੀਏ, ਇਸ ਤਰ੍ਹਾਂ ਕਵਿਤਾ ਅੱਗੇ ਚੱਲਣੀ ਆ ਵੀ ਜਿਹੜੀ ਗੱਲ ਪਹਿਲੀ ਪੰਕਤੀ 'ਚ ਛੱਡੀ ਉੱਥੋਂ ਹੀ ਅਗਲੀ ਗੱਲ ਸ਼ੁਰੂ ਹੋ ਜਾਂਦੀ ਆ। ਮਹਾਰਾਜ ਨੇ ਕਿਹਾ, ਬੜੇ ਧਿਆਨ ਨਾਲ ਸੁਣਨ ਵਾਲੀ ਆ, ਇਹਦੇ 'ਚ ਮੈਂ ਵਿਆਖਿਆ ਨਹੀਂ ਕਰਾਂਗਾ, ਫਿਰ ਇੱਥੇ ਕਵਿਤਾ ਦਾ ਰਸ ਖਤਮ ਹੁੰਦਾ। ਮਹਾਰਾਜ ਨੇ ਬਚਨ ਕੀਤਾ, ਕਿਹਾ ਸ਼੍ਰੀ ਦਸ਼ਮੇਸ਼ ਨੇ ਹੱਸ ਅੱਗੋਂ ਅਸਲ ਗੱਲ ਨਹੀਂ ਤੁਸੀਂ ਵਿਚਾਰ ਸਕੇ। ਨਾਲ ਜ਼ੁਲਮ ਦੇ ਮਿੱਤਰਤਾ ਪਾਉਣ ਵਾਲਾ, ਸਿੱਖੋ ਕਦੇ ਵੀ ਨਾ ਸਿੱਖੀ ਧਾਰ ਸਕੇ। ਸਿੱਖੀ ਧਾਰ ਨਾ ਸਕਦਾ ਦਿਲੋਂ ਜਿਹੜਾ, ਜਾਨ ਉਹ ਨਾ ਦੇਸ਼ ਤੋਂ ਵਾਰ ਸਕੇ। ਜਾਨ ਦੇਸ਼ ਤੋਂ ਨਾ ਜਿਹੜਾ ਵਾਰ ਸਕੇ, ਉਹ ਨਾ ਕੌਮ ਦਾ ਕੁਝ ਸਵਾਰ ਸਕੇ। ਜਿਹੜਾ ਕੌਮ ਦਾ ਕੁਝ ਸਵਾਰਦਾ ਨਾ, ਤੇਗ ਉਹ ਨਾ ਡਟ ਕੇ ਮਾਰ ਸਕੇ। ਜਿਹੜਾ ਤੇਗ ਨਾ ਮਾਰਦਾ ਰਣ ਅੰਦਰ, ਦੇ ਮੂਲ ਨਾ ਵੈਰੀ ਨੂੰ ਹਾਰ ਸਕੇ। ਜਿਹੜਾ ਵੈਰੀਆਂ ਨੂੰ ਨਾ ਹਰਾ ਸਕੇ, ਉਹ ਨਾ ਕਿਸੇ ਦਾ ਕਾਲਜਾ ਠਾਰ ਸਕੇ। ਜਿਨੇ ਜਗ ਦੇ ਸੁੱਖ ਤੇ ਅੱਖ ਰੱਖੀ, ਦੀਨ ਲਈ ਨਾ ਦੁੱਖ ਸਹਾਰ ਸਕੇ। ਜੋ ਨਾ ਦੀਨ ਲਈ ਦੁੱਖ ਸਹਾਰ ਸਕੇ, ਵਰ ਕਿਵੇਂ ਆਜ਼ਾਦੀ ਦੀ ਨਾਰ ਸਕੇ। ਜਿਨੇ ਵਰੀ ਆਜ਼ਾਦੀ ਦੀ ਬਹੂ ਨਾਹੀ, ਉਹ ਨਾ ਆਪਣੀ ਹਿੱਕ ਉਭਾਰ ਸਕੇ। ਜੇ ਨਾ ਮਾਨ ਵਿੱਚ ਟੁਰੇ ਉਭਾਰ ਛਾਤੀ, ਕੱਢ ਦਿਲ ਦੀ ਨਾ ਕਦੇ ਖਾਰ ਸਕੇ। ਕੱਢ ਸਕਦਾ ਦਿਲ ਦੀ ਖਾਰ ਨਾ ਜੇ, ਕਦੇ ਚੁੱਕ ਨਾ ਉਹ ਹਥਿਆਰ ਸਕੇ। ਸਮੇਂ ਸਿਰ ਜੋ ਨਾ ਹਥਿਆਰ ਚੁੱਕੇ, ਸਿਰੋਂ ਲਾ ਨਾ ਕਦੇ ਵਗਾਰ ਸਕੇ। ਤੀਰ ਸੁਲ੍ਹਾ ਦੀ ਛੇੜ ਵਿਚਾਰ ਕੱਚੀ, ਕੋਈ ਕਿਵੇਂ ਦਸ਼ਮੇਸ਼ ਨੂੰ ਚਾਰ ਸਕੇ। ਮਹਾਰਾਜ ਨੇ ਕਿਹਾ ਵੀ ਕਿਹੜੀਆਂ ਸੁਲ੍ਹਾ ਸਫਾਈ ਦੀਆਂ ਗੱਲਾਂ ਕਰਦੇ ਹੋ। ਜਦੋਂ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ, ਜਦੋਂ 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਅਨੰਦਪੁਰ ਸਾਹਿਬ ਜ਼ਾਲਮਾਂ ਨੇ ਉਜਾੜ ਦਿੱਤਾ, ਸਰਸਾ ਨਦੀ ਦੇ ਕੰਢੇ 'ਤੇ ਵਿਛੋੜਾ ਪੈ ਗਿਆ, ਵਿਦਿਆਧਰ ਗ੍ਰੰਥ ਤੇ ਹੋਰ ਪਤਾ ਨਹੀਂ ਕਿੰਨਾ ਕੁ ਗਿਆਨ ਦਾ ਖਜ਼ਾਨਾ ਨਦੀ ਦੀ ਭੇਟ ਚੜ ਗਿਆ। ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਹਨ। ਚਮਕੌਰ ਦੀ ਕੱਚੀ ਗੜੀ 'ਚ 40 ਸਿੰਘ ਸ਼ਹੀਦ ਹੋ ਗਏ ਨੇ, ਤੇ ਹੁਣ ਸੁਲ੍ਹਾ ਸਫਾਈ ਦੀ ਗੱਲ ਪਿੱਛੇ ਕਿੱਥੇ ਰਹਿ ਗਈ। ਸੁਲ੍ਹਾ ਸਫਾਈ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਅਨੰਦਪੁਰ ਸਾਹਿਬ, ਉਦੋਂ ਸੁਲ੍ਹਾ ਕਰਵਾ ਦਿੰਦੇ। ਹੁਣ ਸੁਲ੍ਹਾ ਨਹੀਂ ਹੋ ਸਕਦੀ। ਹੁਣ ਤਾਂ ਜ਼ਫਰਨਾਮੇ ਦੇ ਬਚਨ, ਚੂਕਾਰ ਅਜ਼ ਹਮਾ ਹੀਲ ਤੇ ਦਰ ਗੁੰਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਤਿਗੁਰੂ ਜੀ ਨੇ ਕਿਹਾ, ਭਾਈ ਲਾਹੌਰੀਏ ਸਿੱਖੋ, ਤੁਹਾਡਾ ਧੰਨਵਾਦ ਆ, ਪਰ ਤੁਸੀਂ ਆਪਣੀਆਂ ਸਲਾਹਾਂ ਆਪਣੇ ਕੋਲ ਰੱਖੋ। ਜੇ ਤੇ ਜੰਗ ਦੇ ਮੈਦਾਨ ਵਿੱਚ ਜੰਗ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਆ ਜਾਓ, ਨਹੀਂ ਤੇ ਤੁਹਾਡਾ ਧੰਨਵਾਦ, ਤੁਸੀਂ ਸਲਾਹ ਦੇਣ ਵਾਸਤੇ ਆਏ ਹੋ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਨੇ ਫੇਰ ਚਾਹਿਆ ਤੇ ਮੈਂ ਆਪ ਸੰਗਤਾਂ ਨੂੰ ਅਗਲਾ ਇਤਿਹਾਸ ਸੁਣਾਵਾਂਗਾ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ।